ਅੱਜ ਅਸੀਂ ਯੂਨਿਟ 7 ਐਕਸਟਰਨਲ ਸੈਕਟਰ, ਜਿਹਨੂੰ ਅਸੀਂ ਵਿਦੇਸ਼ੀ ਖੇਤਰ ਜਾਂ ਬਾਹਰੀ ਖੇਤਰ ਕਹਿੰਦੇ ਹਾਂ, ਉਸ ਨੂੰ ਅਸੀਂ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਇਸ ਕੜੀ ਦੇ ਵਿੱਚ ਯੂਨਿਟ 4 ਦੇ ਵਿੱਚ ਕਲਾਸੀਕਲ ਜਿਹੜੀ ਪ੍ਰਣਾਲੀ ਹੈ, ਪਰੰਪਰਾਗਤ ਪ੍ਰਣਾਲੀ ਹੈ, ਉਸ ਦੇ ਇੰਪੋਰਟੈਂਟ ਫੀਚਰਸ, ਮਹੱਤਵਪੂਰਨ ਜਿਹੜੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕੀਤਾ ਸੀ। ਉਸ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਉਤਪਾਦਨ, ਕੀਮਤ ਪੱਧਰ ਅਤੇ ਮਜ਼ਦੂਰੀ ਦਾ ਪੱਧਰ ਜਿਹੜਾ ਹੈ ਉਹ ਕਲਾਸੀਕਲ ਪ੍ਰਣਾਲੀ ਦੁਆਰਾ ਨਿਸ਼ਚਿਤ ਹੁੰਦਾ ਹੈ, ਕਲਾਸੀਕਲ ਪ੍ਰਣਾਲੀ ਦੇ ਅਨੁਸਾਰ ਨਿਸ਼ਚਿਤ ਹੁੰਦਾ ਹੈ। ਉਸ ਯੂਨਿਟ ਦੇ ਵਿੱਚ ਅਸੀਂ ਕੇਂਜ ਦੀ ਆਰਥਿਕ ਪ੍ਰਣਾਲੀ ਦੇ ਬਾਰੇ ਵੀ ਇੱਕ ਸੰਖੇਪ ਦੇ ਵਿੱਚ ਆਈਡੀਆ ਦਿੱਤਾ ਸੀ। ਫਿਰ ਅਸੀਂ ਡਿਸਕਸ ਕੀਤਾ ਸੀਗਾ ਕਿ ਕਲਾਸੀਕਲ ਇਕਨੋਮਿਕ ਸਿਸਟਮ ਅਤੇ ਜਿਹੜਾ ਕੇਂਜਨ ਇਕਨੋਮਿਕ ਸਿਸਟਮ ਹੈ ਉਹਦੇ ਵਿੱਚ ਕੀ ਅੰਤਰ ਹੁੰਦਾ। ਫਿਰ ਯੂਨਿਟ 5 ਦੇ ਵਿੱਚ ਅਸੀਂ ਜਿਹੜਾ ਕੇਂਜਨ ਸਿਸਟਮ ਹੈ, ਕੇਂਜ ਦੀ ਜਿਹੜੀ ਪ੍ਰਣਾਲੀ ਹੈ ਉਤਪਾਦਨ ਨਿਰਧਾਰਨ ਦੀ, ਉਸ ਨੂੰ ਵਿਸਤਾਰ ਨਾਲ ਡਿਸਕਸ ਕੀਤਾ, ਜਿਸ ਦੇ ਵਿੱਚ ਅਸੀਂ ਦੋ ਖੇਤਰ ਮੰਨੇ ਸੀਗੇ। ਇੱਕ ਸਾਡੇ ਕੋਲ ਪ੍ਰਾਈਵੇਟ ਸੈਕਟਰ, ਜਿਹਨੂੰ ਅਸੀਂ ਫਰਮਸ ਕਹਿੰਦੇ ਹਾਂ ਜਾਂ ਬਿਜ਼ਨਸ ਸੈਕਟਰ ਕਹਿ ਸਕਦੇ ਹਾਂ। ਦੂਸਰਾ ਅਸੀਂ ਮੰਨਿਆ ਸੀਗਾ ਹਾਊਸਹੋਲਡ ਸੈਕਟਰ। ਦੋ ਖੇਤਰ ਦੀ ਇਕਨੋਮੀ, ਫਰਮਸ ਐਂਡ ਹਾਊਸਹੋਲਡ ਸੈਕਟਰ। ਅਤੇ ਜਿਹੜੀਆਂ ਫਰਮਸ ਨੇ ਉਹ ਉਤਪਾਦਨ ਕਰਦੀਆਂ ਵਸਤੂਆਂ ਅਤੇ ਸੇਵਾਵਾਂ ਦੀਆਂ ਨਿਵੇਸ਼ ਕਰਕੇ, ਅਤੇ ਜਿਹੜਾ ਘਰੇਲੂ ਖੇਤਰ ਹੈ ਉਹ ਫਰਮਸ ਨੂੰ ਜਾਂ ਬਿਜ਼ਨਸ ਸੈਕਟਰ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਤਾਂ ਇਹਨਾਂ ਸੇਵਾਵਾਂ ਦੇ ਬਦਲੇ ਘਰੇਲੂ ਖੇਤਰ ਨੂੰ ਵੇਜਿਸ ਮਿਲਦੇ ਹਨ, ਅਤੇ ਇਹ ਵੇਜਿਸ ਜਿਹੜੇ ਨੇ ਉਹ ਵਸਤੂਆਂ ਅਤੇ ਸੇਵਾਵਾਂ ਨੂੰ ਖਰੀਦਣ 'ਤੇ ਖਰਚ ਕਰ ਦਿੰਦੇ ਹਨ, ਅਤੇ ਜਿਹੜਾ ਬਿਜ਼ਨਸ ਸੈਕਟਰ ਹੈ ਜਾਂ ਫਰਮਸ ਨੇ ਆਪਣੀਆਂ ਵਸਤੂਆਂ ਅਤੇ ਸੇਵਾਵਾਂ ਜਿਹੜੀਆਂ ਨੇ ਉਹ ਹਾਊਸਹੋਲਡ ਸੈਕਟਰ ਨੂੰ ਪ੍ਰੋਵਾਈਡ ਕਰਦੀਆਂ ਨੇ। ਤਾਂ ਇਸ ਤਰ੍ਹਾਂ ਜਿਹੜਾ ਸਰਕੂਲਰ ਫਲੋ ਹੈ, ਮਤਲਬ ਚੱਕਰੀ ਪ੍ਰਵਾਹ ਹੈ ਇਨਕਮ ਅਤੇ ਉਤਪਾਦਨ ਦਾ, ਉਹ ਚੱਲਦਾ ਰਹਿੰਦਾ ਹੈ। ਇਹ ਅਸੀਂ ਯੂਨਿਟ 2 ਦੇ ਵਿੱਚ ਆਪਾਂ ਡਿਸਕਸ ਕੀਤਾ। ਕੁੱਲ ਮੰਗ ਜਿਹੜੀ ਹੈ, ਐਗਰੀਗੇਟ ਡਿਮਾਂਡ ਹੈ, ਕੇਂਦਰੀ ਸਿਸਟਮ ਦੇ ਵਿੱਚ ਕੰਜ਼ੰਪਸ਼ਨ, ਉਪਭੋਗ ਅਤੇ ਨਿਵੇਸ਼ ਇਹ ਸ਼ਾਮਲ ਹਨ। ਇਸ ਦੇ ਵਿੱਚ ਕੇਂਜ ਪ੍ਰਣਾਲੀ ਦੇ ਵਿੱਚ ਜਾਂ ਕੇਂਦਰੀ ਸਿਸਟਮ ਦੇ ਵਿੱਚ ਜਿਹੜਾ ਕੁੱਲ ਮੰਗ ਜਿਹੜਾ ਡੋਮੀਨੇਟ ਰੋਲ ਜਿਹੜਾ ਹੈ ਉਹ ਅਦਾ ਕਰਦਾ ਹੈ। ਕੇਂਜ ਦੇ ਅਨੁਸਾਰ ਜਿਹੜੀ ਡਿਮਾਂਡ ਹੈ ਉਹ ਸਪਲਾਈ ਆਪਣੀ ਆਪ ਪੈਦਾ ਕਰਦਾ। ਜੇ ਅਰਥ ਵਿਵਸਥਾ ਦੇ ਵਿੱਚ ਬੇਰੁਜ਼ਗਾਰੀ ਹੋਵੇ ਤਾਂ ਡਿਮਾਂਡ ਵਿੱਚ ਵਾਧਾ ਹੋਣ ਦੇ ਨਾਲ ਪ੍ਰੋਡਕਸ਼ਨ, ਇਨਕਮ ਅਤੇ ਇੰਪਲੋਇਮੈਂਟ ਦੇ ਵਿੱਚ ਵਾਧਾ ਹੋਏਗਾ, ਅਤੇ ਜਿੰਨੀ ਅਸੀਂ ਡਿਮਾਂਡ ਕਰਾਂਗੇ ਉਨੀ ਹੀ ਉਸੇ ਅਕੋਰਡਿੰਗਲੀ ਹੀ ਸਪਲਾਈ ਹੋਏਗੀ। ਤਾਂ ਜਿੱਥੇ ਕੇਸ ਦੇ ਮੁਤਾਬਕ ਕੁੱਲ ਮੰਗ ਕੁੱਲ ਪੂਰਤੀ ਦੇ ਬਰਾਬਰ ਹੋਏਗਾ, ਉੱਥੇ ਹੀ ਸੰਤੁਲਨ ਨਿਸ਼ਚਿਤ ਹੋਏਗਾ, ਅਤੇ ਉਸ ਸੰਤੁਲਨ ਦੇ ਬਿੰਦੂ ਤੇ ਇਨਕਮ ਅਤੇ ਉਤਪਾਦਨ ਜਿਹੜਾ ਹੈ ਨਿਸ਼ਚਿਤ ਹੋਏਗਾ। ਜੇ ਕੁੱਲ ਮੰਗ ਦੇ ਵਿੱਚ ਕਮੀ ਹੁੰਦੀ ਹੈ ਤਾਂ ਉਤਪਾਦਨ ਦੇ ਪੱਧਰ ਦੇ ਵਿੱਚ ਕਮੀ ਹੁੰਦੀ ਹੈ। ਤਾਂ ਜੇ ਅਸੀਂ ਇਹ ਵੀ ਕੁੱਲ ਮੰਗ ਨੂੰ ਪ੍ਰਭਾਵਿਤ ਕਰਨ ਵਾਲਾ ਜਿਹੜਾ ਮੇਨ ਕੰਪੋਨੈਂਟ ਹੈ ਉਹਦੇ ਵਿੱਚ ਉਹਨਾਂ ਨੇ ਮੰਨਿਆ ਕਿ ਦੈਟ ਇਜ਼ ਦਾ ਐਮਪੀਸੀ ਮਾਰਜਨ ਪ੍ਰੋਡਿਊਸ ਟੂ ਕੰਜ਼ਿਊਮ ਜਾਂ ਸੀਮਾਂਤ ਉਪਭੋਗਤੀ, ਇੱਕ ਬਹੁਤ ਮਹੱਤਵਪੂਰਨ ਜਿਹੜਾ ਇੱਕ ਅੰਗ ਹੈ ਜਿਹੜਾ ਕਿ ਕੁੱਲ ਮੰਗ ਨੂੰ ਕੀ ਕਰਦਾ ਹੈ, ਪ੍ਰਭਾਵਿਤ ਕਰਦਾ। ਤਾਂ ਜੇ ਐਮਪੀਸੀ ਦੀ ਵੈਲਿਊ ਜ਼ਿਆਦਾ ਹੁੰਦੀ ਹੈ ਤਾਂ ਕੇਸ ਦੇ ਮੁਤਾਬਕ ਮਲਟੀਪਲਾਇਰ ਦੀ ਵੈਲਿਊ, ਗੁਣਾਂਕ ਦੀ ਵੈਲਿਊ ਵੀ ਜ਼ਿਆਦਾ ਹੁੰਦੀ ਹੈ, ਅਤੇ ਜੇ ਐਮਪੀਸੀ ਦੀ ਵੈਲਿਊ ਘੱਟ ਹੋਵੇ ਤਾਂ ਮਲਟੀਪਲਾਇਰ ਦੀ ਵੈਲਿਊ ਵੀ ਘੱਟ ਹੋਵੇ। ਅਤੇ ਸਾਨੂੰ ਪਤਾ ਹੈ ਕਿ ਐਮਪੀਸੀ ਦੀ ਵੈਲਿਊ ਜਿਹੜੀ ਹੈ ਉਹ 0 ਤੋਂ 1 ਦੇ ਵਿਚਕਾਰ ਜਿਹੜੀ ਹੈ ਉਹ ਲਾਈ ਕਰਦੀ। ਫਿਰ ਯੂਨਿਟ 6 ਦੇ ਵਿੱਚ ਅਸੀਂ ਡਿਸਕਸ ਕੀਤਾ ਸੀਗਾ, ਅਸੀਂ ਯੂਨਿਟ 6 ਦੇ ਵਿੱਚ ਡਿਸਕਸ ਕੀਤਾ ਸੀ ਕਿ ਜੇ ਹਾਊਸਹੋਲਡ ਸੈਕਟਰ ਅਤੇ ਬਿਜ਼ਨਸ ਸੈਕਟਰ ਦੇ ਵਿੱਚ ਅਸੀਂ ਥਰਡ ਸੈਕਟਰ ਗਵਰਨਮੈਂਟ ਸੈਕਟਰ ਵੀ ਇੰਟਰੋਡਿਊਸ ਕਰ ਦਈਏ, ਗਵਰਨਮੈਂਟ ਸੈਕਟਰ ਨੂੰ ਵੀ ਵਿੱਚ ਸ਼ਾਮਲ ਕਰ ਦਈਏ, ਤਾਂ ਸੰਤੁਲਨ ਕਿਸ ਤਰ੍ਹਾਂ ਹੋਏਗਾ। ਤਾਂ ਫਿਰ ਕੇਨਸ ਨੇ ਡਿਸਕਸ ਕੀਤਾ ਸੀ ਕਿ ਉਸ ਯੂਨਿਟ ਦੇ ਵਿੱਚ ਕਿ ਗਵਰਨਮੈਂਟ ਜਿਹੜੀ ਹੈ ਮੇਨ ਦੋ ਕੰਮ ਕਰਦੀ ਹੈ। ਇੱਕ ਤਾਂ ਟੈਕਸਿਸ ਲਗਾਉਂਦੀ ਹੈ, ਟੈਕਸਿਸ ਲਗਾਉਣ ਦੇ ਨਾਲ ਲੋਕਾਂ ਦੀ ਜਿਹੜੀ ਇਨਕਮ ਹੈ ਉਹ ਕੀ ਹੈ, ਘੱਟ ਜਾਂਦੀ ਹੈ, ਡਿਸਪੋਜ਼ਲ ਇਨਕਮ ਦੀ ਘੱਟ ਜਾਂਦੀ ਹੈ।
ਜਦੋਂ ਸਰਕਾਰ ਵਸਤੂਆਂ ਅਤੇ ਸੇਵਾਵਾਂ 'ਤੇ ਖਰਚ ਕਰਦੀ ਹੈ, ਐਕਸਪੈਂਡੀਚਰ ਕਰਦੀ ਹੈ, ਤਾਂ ਉਸ ਦੇ ਨਾਲ ਇਨਕਮ ਦੇ ਵਿੱਚ ਕੀ ਹੁੰਦਾ ਹੈ, ਵਾਧਾ ਹੁੰਦਾ ਹੈ। ਜਦੋਂ ਗੌਰਮੈਂਟ ਸੈਕਟਰ ਇਨਵੋਲਵ ਹੁੰਦਾ ਹੈ ਤਾਂ ਇਕੁਇਲਿਬਰੀਅਮ ਜਿਹੜਾ ਹੈ ਉਹ ਸ਼ਿਫਟ ਹੋ ਕੇ ਅਪਰ ਡਾਇਰੈਕਸ਼ਨ 'ਚ ਉੱਪਰਲੇ ਪਾਸੇ ਚੱਲ ਜਾਂਦਾ ਹੈ ਅਤੇ ਇਨਕਮ ਅਤੇ ਉਤਪਾਦਨ ਦੇ ਲੈਵਲ ਦੇ ਵਿੱਚ ਕੀ ਹੋ ਜਾਂਦਾ ਹੈ, ਵਾਧਾ ਹੋ ਜਾਂਦਾ ਹੈ। ਅਤੇ ਇਸ ਤੋਂ ਇਲਾਵਾ ਇਸ ਯੂਨਿਟ ਦੇ ਵਿੱਚ ਅਸੀਂ ਟੈਕਸ ਮਲਟੀਪਲਾਇਰ ਅਤੇ ਜਿਹੜਾ ਹੈ ਟੈਕਸ ਦੀ ਗੱਲ ਕੀਤੀ, ਟਰਾਂਸਫਰ ਪੇਮੈਂਟਸ ਦੀ ਗੱਲ ਕੀਤੀ, ਗੌਰਮੈਂਟ ਐਕਸਪੈਂਡੀਚਰ ਦੀ ਗੱਲ ਕੀਤੀ ਅਤੇ ਟੈਕਸ ਤੋਂ ਜੋ ਰੈਵਨਿਊ ਹੁੰਦਾ ਹੈ ਜੇ ਉਹ ਗੌਰਮੈਂਟ ਐਕਸਪੈਂਡੀਚਰ ਦੇ ਬਰਾਬਰ ਹੋਵੇ ਤਾਂ ਰੇਸ਼ੋ ਆਫ ਇਨਕਮ ਟੂ ਦਾ ਗੌਰਮੈਂਟ ਐਕਸਪੈਂਡੀਚਰ ਅਤੇ ਰੇਸ਼ੋ ਆਫ ਇਨਕਮ ਟੂ ਦਾ ਟੈਕਸ, ਇਹ ਦੋਨਾਂ ਨੂੰ ਅਸੀਂ ਜੇ ਮਿਲਾ ਲਈ, ਟੈਕਸ ਮਲਟੀਪਲਾਇਰ ਅਤੇ ਗੌਰਮੈਂਟ ਐਕਸਪੈਂਡੀਚਰ ਮਲਟੀਪਲਾਇਰ ਦੋਨਾਂ ਨੂੰ ਐਡ ਕਰ ਲਈ, ਤਾਂ ਜੇ ਇਹ ਇੱਕ ਦੇ ਬਰਾਬਰ ਹੋਵੇ ਤਾਂ ਇਸ ਨੂੰ ਅਸੀਂ ਬੈਲੈਂਸਡ ਬਜਟ ਮਲਟੀਪਲਾਇਰ ਜਿਹੜਾ ਹੈ ਉਹ ਕਹਿੰਦੇ ਹਾਂ। ਇਹ ਅਸੀਂ ਯੂਨਿਟ 6 ਦੇ ਵਿੱਚ ਡਿਸਕਸ ਕੀਤਾ ਸੀ। ਅੱਜ ਅਸੀਂ ਡਿਸਕਸ ਕਰਨਾ ਹੈ ਕਿ ਜਿਹੜੀਆਂ ਟਾਈਪਸ ਆਫ ਫਲੋਜ਼ ਇਨ ਓਪਨ ਇਕੋਨਮੀ। ਤਾਂ ਜਦੋਂ ਅਸੀਂ ਟੂ ਸੈਕਟਰ ਇਕੋਨਮੀ ਲੈਂਦੇ ਹਾਂ, ਹਾਊਸਹੋਲਡ ਸੈਕਟਰ ਅਤੇ ਬਿਜ਼ਨਸ ਸੈਕਟਰ ਜਾਂ ਫਰਮਸ ਨੂੰ ਲੈਂਦੇ ਹਾਂ, ਅਤੇ ਜੇ ਅਸੀਂ ਥ੍ਰੀ ਸੈਕਟਰ ਇਕੋਨਮੀ ਲੈਂਦੇ ਹਾਂ, ਹਾਊਸਹੋਲਡ ਸੈਕਟਰ, ਬਿਜ਼ਨਸ ਸੈਕਟਰ ਅਤੇ ਗੌਰਮੈਂਟ ਸੈਕਟਰ ਲੈ ਲੈਂਦੇ ਹਾਂ, ਤਾਂ ਇਹਦਾ ਮਤਲਬ ਇਹ ਗੁਡਸ ਐਂਡ ਸਰਵਿਸਿਜ਼ ਜੋ ਪ੍ਰੋਡਿਊਸ ਹੋ ਰਹੀਆਂ ਨੇ ਉਹ ਵਿਦਿਨ ਦਾ ਕੰਟਰੀ ਅਸੀਂ ਉਹਨਾਂ ਨੂੰ ਟ੍ਰਾਂਜੈਕਸ਼ਨਸ ਕਰ ਰਹੇ ਹਾਂ, ਉਹਨਾਂ ਦਾ ਲੈਣ ਦੇਣ ਕਰ ਰਹੇ ਹਾਂ। ਅਸੀਂ ਦੂਸਰੇ ਦੇਸ਼ਾਂ ਦੇ ਨਾਲ ਨਾ ਤਾਂ ਕੋਈ ਵਸਤੂਆਂ ਅਤੇ ਸੇਵਾਵਾਂ ਦਾ ਕੋਈ ਐਕਸਪੋਰਟ ਕਰਦੇ ਹਾਂ ਅਤੇ ਨਾ ਹੀ ਇੰਪੋਰਟ ਕਰਦੇ ਹਾਂ, ਇਹ ਮੰਨ ਕੇ ਚੱਲਦੇ ਹਾਂ। ਤਾਂ ਜਦੋਂ ਬਿਜ਼ਨਸ ਸੈਕਟਰ ਮਤਲਬ ਅਸੀਂ ਫੋਰਨ ਸੈਕਟਰ ਨੂੰ ਜਾਂ ਵਿਦੇਸ਼ਾਂ ਦੇ ਨਾਲ ਕੋਈ ਟ੍ਰਾਂਜੈਕਸ਼ਨਸ ਨਹੀਂ ਕਰਦੇ ਤਾਂ ਅਸੀਂ ਇਸ ਨੂੰ ਕਲੋਜ਼ਡ ਇਕੋਨਮੀ ਕਹਿੰਦੇ ਹਾਂ। ਤਾਂ ਇਹ ਇੱਕ ਅਨਰੀਅਲਿਸਟਿਕ ਅਵਾਸਤਵਿਕ ਜਿਹੜੀ ਮਾਨਤਾ ਹੈ, ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਇੱਕ ਕੰਟਰੀ ਜਿਹੜਾ ਹੈ ਦੂਸਰੇ ਕੰਟਰੀ ਦੇ ਨਾਲ ਜਾਂ ਦੂਸਰੇ ਦੇਸ਼ਾਂ ਦੇ ਨਾਲ ਵਸਤੂਆਂ ਅਤੇ ਸੇਵਾਵਾਂ ਦਾ ਲੈਣ ਦੇਣ ਕਰਦਾ ਹੈ। ਤਾਂ ਜਦੋਂ ਵਸਤੂਆਂ ਅਤੇ ਸੇਵਾਵਾਂ ਇੱਕ ਦੇਸ਼ ਤੋਂ ਦੂਸਰੇ ਦੇਸ਼ 'ਚ ਜਾਂਦੀਆਂ ਨੇ ਤਾਂ ਉਸ ਨੂੰ ਅਸੀਂ ਐਕਸਪੋਰਟਸ ਕਹਿ ਦਿੰਦੇ ਹਾਂ, ਨਿਰਯਾਤ ਕਹਿ ਦਿੰਦੇ ਹਾਂ। ਜਦੋਂ ਦੂਜੇ ਦੇਸ਼ਾਂ ਤੋਂ ਵਸਤੂਆਂ ਅਤੇ ਸੇਵਾਵਾਂ ਅਸੀਂ ਮੰਗਵਾਉਂਦੇ ਹਾਂ ਤਾਂ ਇਸ ਨੂੰ ਅਸੀਂ ਇੰਪੋਰਟ ਕਹਿ ਦਿੰਦੇ ਹਾਂ। ਤਾਂ ਜਦੋਂ ਵਸਤੂਆਂ ਅਤੇ ਸੇਵਾਵਾਂ ਦੇ ਪ੍ਰਵਾਹ ਨੂੰ, ਫਲੋ ਨੂੰ ਇੱਕ ਦੇਸ਼ ਦੀ ਦੂਸਰੇ ਦੇਸ਼ ਤੋਂ ਜੋ ਵੀ ਆਯਾਤ ਅਤੇ ਨਿਰਯਾਤ ਹੁੰਦਾ ਹੈ ਉਸ ਨੂੰ ਅਸੀਂ ਅਰਥ ਵਿਵਸਥਾ ਦੇ ਪ੍ਰਭਾਵ ਦੇ ਵਿੱਚ ਸ਼ਾਮਲ ਕਰ ਲਈਏ, ਅਸੀਂ ਨੈਸ਼ਨਲ ਇਨਕਮ ਦੇ ਵਿੱਚ ਸ਼ਾਮਲ ਕਰ ਲਈਏ। ਇਨਫੈਕਟ ਨੈਸ਼ਨਲ ਇਨਕਮ ਬਣਦਾ ਹੀ ਉਦੋਂ ਹੈ ਜਦੋਂ ਅਸੀਂ ਗੁਡਸ ਐਂਡ ਸਰਵਿਸਿਜ਼ ਜੋ ਅਸੀਂ ਐਕਸਪੋਰਟ ਅਤੇ ਇੰਪੋਰਟ ਕਰਦੇ ਹਾਂ ਉਸ ਨੂੰ ਅਸੀਂ GDP ਦੇ ਵਿੱਚ ਸ਼ਾਮਲ ਕਰ ਲਈਏ, ਤਾਂ ਉਸ ਨੂੰ ਅਸੀਂ ਫਿਰ ਓਪਨ ਇਕੋਨਮੀ ਕਹਿ ਦਿੰਦੇ ਹਾਂ। ਓਪਨ ਇਕੋਨਮੀ ਦਾ ਖੁੱਲ੍ਹੀ ਅਰਥ ਵਿਵਸਥਾ ਦਾ ਮਤਲਬ ਹੈ ਜਦੋਂ ਇੱਕ ਦੇਸ਼ ਦੂਸਰੇ ਦੇਸ਼ ਦੇ ਨਾਲ, ਦੇਸ਼ਾਂ ਦੇ ਨਾਲ ਵਸਤੂਆਂ ਅਤੇ ਸੇਵਾਵਾਂ ਦਾ ਐਕਸਪੋਰਟ ਇੰਪੋਰਟ ਕਰਦਾ ਹੈ ਤਾਂ ਉਸ ਦੇ ਪ੍ਰਭਾਵ ਨੂੰ ਜਦੋਂ ਅਸੀਂ ਉਹਦੇ ਵਿੱਚ ਸ਼ਾਮਿਲ ਕਰ ਲੈਂਦੇ ਹਾਂ ਤਾਂ ਅਸੀਂ ਉਸ ਨੂੰ ਓਪਨ ਇਕੋਨਮੀ ਕਹਿੰਦੇ ਹਾਂ। ਓਪਨ ਇਕੋਨਮੀ ਦੇ ਵਿੱਚ ਜਿਹੜੇ ਡੋਮੈਸਟਿਕ ਏਜੰਟਸ ਨੇ, ਘਰੇਲੂ ਜਿਹੜੇ ਆਰਥਿਕ ਏਜੰਟਸ ਨੇ, ਜਿਸ ਤਰ੍ਹਾਂ ਹਾਊਸ ਹੋਲਡਸ ਹੈ, ਫਰਮਸ ਨੇ ਅਤੇ ਗੌਰਮੈਂਟ ਨੇ, ਇਹ ਰੈਸਟ ਆਫ ਦੀ ਵਰਲਡ ਦੇ ਨਾਲ, ਦੂਸਰੇ ਦੇਸ਼ਾਂ ਦੇ ਨਾਲ ਜਾਂ ਐਕਸਟਰਨਲ ਸੈਕਟਰ ਦੇ ਨਾਲ, ਵਿਦੇਸ਼ੀ ਖੇਤਰ ਦੇ ਨਾਲ ਇਹ ਕੀ ਹੈ, ਇੰਟਰੈਕਟ ਕਰਦੇ ਨੇ। ਤਾਂ ਗੁਡਸ ਐਂਡ ਸਰਵਿਸਿਜ਼ ਜਿਹੜੀਆਂ ਨੇ ਵਿਦੇਸ਼ੀ ਖੇਤਰ ਨੂੰ ਅਸੀਂ ਐਕਸਪੋਰਟ ਕਰਦੇ ਹਾਂ, ਮਤਲਬ ਭੇਜਦੇ ਹਾਂ ਤਾਂ ਐਕਸਪੋਰਟ ਹੋ ਗਿਆ, ਇਹਨੂੰ ਅਸੀਂ ਐਕਸ ਲਿਖਦੇ ਹਾਂ। ਇਸੇ ਤਰ੍ਹਾਂ ਦੂਸਰੇ ਦੇਸ਼ਾਂ ਤੋਂ ਜਦੋਂ ਇਹ ਡੋਮੈਸਟਿਕ ਇਕਨੋਮਿਕ ਏਜੰਟਸ ਵਸਤੂਆਂ ਅਤੇ ਸੇਵਾਵਾਂ ਮੰਗਵਾਉਂਦੇ ਨੇ ਰੈਸਟ ਆਫ ਦੀ ਵਰਲਡ ਤੋਂ ਤਾਂ ਇਹਨਾਂ ਨੂੰ ਅਸੀਂ ਇੰਪੋਰਟ ਕਹਿੰਦੇ ਹਾਂ। ਤਾਂ ਜਦੋਂ ਅਸੀਂ ਐਕਸਪੋਰਟ ਦੇ ਵਿੱਚੋਂ ਇੰਪੋਰਟ ਅਸੀਂ ਮਾਈਨਸ ਕਰ ਦਈਏ ਤਾਂ ਜੋ ਵੀ ਬੈਲੈਂਸ ਆ ਜਾਂਦਾ ਹੈ ਉਹ ਬੈਲੈਂਸ ਪੋਜ਼ਿਟਿਵ ਵੀ ਹੋ ਸਕਦਾ ਹੈ, ਬੈਲੈਂਸ ਜਿਹੜਾ ਹੈ ਉਹ ਨੈਗੇਟਿਵ ਵੀ ਹੋ ਸਕਦਾ ਹੈ। ਇਸ ਨੂੰ ਅਸੀਂ ਬੈਲੈਂਸ ਆਫ ਟ੍ਰੇਡ, ਵਪਾਰ ਪਾਖੀ ਕਹਿੰਦੇ ਹਾਂ। ਤਾਂ ਦੈਟ ਇਜ਼ ਨੋਨ ਐਜ਼ ਨੈਟ ਐਕਸਪੋਰਟਸ, ਇਹਨੂੰ ਅਸੀਂ NX ਲਿਖ ਦਿੰਦੇ ਹਾਂ, ਦੈਟ ਇਜ਼ ਵੈਲਿਊ ਆਫ ਐਕਸਪੋਰਟਸ ਮਾਈਨਸ ਵੈਲਿਊ ਆਫ ਇੰਪੋਰਟ। ਜੇ ਐਕਸਪੋਰਟ ਦੀ ਵੈਲਿਊ ਜਿਹੜੀ ਹੈ ਇੰਪੋਰਟ ਨਾਲੋਂ ਜ਼ਿਆਦਾ ਹੋਵੇ ਤਾਂ ਪੋਜ਼ਿਟਿਵ ਹੋਏਗੀ, ਵੈਲਿਊ ਜਿਹੜੀ ਹੈ ਐਡ ਹੋ ਜਾਏਗੀ। ਜੇ ਐਕਸਪੋਰਟ ਦੀ ਵੈਲਿਊ ਇੰਪੋਰਟ ਦੇ ਨਾਲੋਂ ਘੱਟ ਹੋਵੇ ਤਾਂ ਵੈਲਿਊ ਕੀ ਹੈ, ਨੈਗੇਟਿਵ ਹੋਏਗੀ। ਇਸ ਨੂੰ ਅਸੀਂ ਕੀ ਕਰਾਂਗੇ, ਮਾਈਨਸ ਕਰਾਂਗੇ। ਫਿਰ ਅਸੀਂ ਜੇ ਡਿਫਰੈਂਸ ਕਰੀਏ
ਕਿ ਗ੍ਰੋਸ ਡੋਮੈਸਟਿਕ ਪ੍ਰੋਡਕਟ ਅਤੇ ਗ੍ਰੋਸ ਨੈਸ਼ਨਲ ਪ੍ਰੋਡਕਟ ਦੇ ਵਿੱਚ ਕੀ ਇਸ ਕਨਸੈਪਟ ਦੇ ਵਿੱਚ ਕੀ ਅੰਤਰ ਹੁੰਦਾ ਹੈ। ਗ੍ਰੋਸ ਡੋਮੈਸਟਿਕ ਪ੍ਰੋਡਕਟ ਮਤਲਬ ਕੁੱਲ ਘਰੇਲੂ ਉਤਪਾਦਨ ਅਤੇ ਗ੍ਰੋਸ ਨੈਸ਼ਨਲ ਪ੍ਰੋਡਕਟ ਦਾ ਮਤਲਬ ਕੁੱਲ ਰਾਸ਼ਟਰੀ ਉਤਪਾਦਨ। ਤਾਂ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਅੰਤਰ ਹੈ ਓਪਨ ਇਕੋਨਮੀ ਦੇ ਵਿੱਚ ਸਾਨੂੰ ਪਤਾ ਕਿ ਜਿਹੜੇ ਡੋਮੈਸਟਿਕ ਰੈਜ਼ੀਡੈਂਟਸ ਅਤੇ ਜਿਹੜੇ ਫੋਰਨ ਨੈਸ਼ਨਲਸ ਨੇ ਉਹ ਵਿਦਿਨ ਦਾ ਜੋਗਰਾਫੀ ਆਫ ਦਾ ਕੰਟਰੀ ਜੋ ਵੀ ਇਨਕਮ ਅਰਨ ਕਰਦੇ ਨੇ ਉਹਨਾਂ ਦੇ ਡਿਫਰੈਂਸ ਨੂੰ ਅਸੀਂ GDP ਅਤੇ GNP ਦੇ ਵਿੱਚ ਇਨਕਲੂਡ ਕਰ ਸਕਦੇ ਹਾਂ। ਜਿਸ ਤਰ੍ਹਾਂ GNP ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਕੁੱਲ ਆਮਦਨ ਜਿਹੜੀ ਹੈ ਉਹ ਸਿਟੀਜ਼ਨਸ ਆਫ ਦਾ ਕੰਟਰੀ ਜਿਹੜੇ ਸਾਡੇ ਦੇਸ਼ ਦੇ ਨਾਗਰਿਕ ਹੈ ਉਹ ਜਦੋਂ ਆਪਣੀ ਆਮਦਨ ਨੂੰ ਪ੍ਰਾਪਤ ਕਰਦੇ ਨੇ ਤਾਂ ਉਸ ਨੂੰ ਅਸੀਂ ਕੀ ਕਰਦੇ ਹਾਂ ਉਸ ਨੂੰ ਅਸੀਂ ਸ਼ਾਮਿਲ ਕਰਦੇ ਹਾਂ। ਮੰਨ ਲਓ ਅਸੀਂ ਇੱਕ ਉਦਾਹਰਨ ਨਾਲ ਅਸੀਂ ਗੱਲ ਕਰਦੇ ਹਾਂ ਕਿ ਮੰਨ ਲਓ ਇੱਕ ਭਾਰਤੀ ਨਾਗਰਿਕ ਜਿਹੜਾ ਹੈ ਦੂਸਰੇ ਦੇਸ਼ ਦੇ ਵਿੱਚ ਕਿਸੇ ਵੀ ਦੂਸਰੇ ਦੇਸ਼ ਦੇ ਵਿੱਚ ਕੰਮ ਕਰਦਾ ਤਾਂ ਜੋ ਵੀ ਉਸਦੀ ਇਨਕਮ ਹੋਏਗੀ ਉਹ GNP ਦਾ ਪਾਰਟ ਹੋਏਗਾ, ਭਾਰਤ ਦੀ GNP ਦਾ ਪਾਰਟ ਹੋਏਗਾ। ਇसी तरह जे मान लो कोई दूसरे देश का नागरिक जिस तरह जर्मन है, जर्मन का एक नागरिक जोड़ा है भारत की किसी फर्म के काम करता है तो उसनों जी इनकम प्राप्त होएगी वो इंडिया की GDP के विच शामिल होएगी क्योंकि वो साडे देश की जिहड़ियां बाउंड्रीज ने सीमावां ने उसके अंदर उत्पादन हो रहा है लेकिन वो भारत की GNP के विच शामिल नहीं होएगी। तो इस तरह ही कई होर फैक्टर्स जिस तरह सर्विसिज ने वो भी एक देश दूसरे देशों के नाल व्यापार करता है उन्होंने तो जी भी सानू रिटर्न मिलती है प्रोडक्शन तो इलावा उसनों भी असी नैट फैक्टर इनकम फ्रॉम अब्रोड मतलब कि विदेशों तो जी शुद्ध आमदन प्राप्त होती है उसनों असी इहदे विच शामिल करते हैं। ठीक है ਤਾਂ ਹੁਣ ਦੁਬਾਰਾ ਫਿਰ ਮੈਂ ਡਿਸਕਸ ਕਰਦਾ ਕਿ GDP ਦੇ ਵਿੱਚ ਜਿਹੜੀ ਕੁੱਲ ਵਸਤੂਆਂ ਦਾ ਉਤਪਾਦਨ ਹੁੰਦਾ ਹੈ ਉਸ ਦੇ ਵਿੱਚ ਜਿਹੜੀ ਡੋਮੈਸਟਿਕ ਰੈਜ਼ੀਡੈਂਟਸ ਨੇ ਘਰੇਲੂ ਸਾਡੇ ਜਿਹੜੇ ਨਾਗਰਿਕ ਨੇ ਅਤੇ ਫੋਰਨ ਨੈਸ਼ਨਲਸ ਨੇ ਵਿਦਿਨ ਦਾ ਜੀਓਗ੍ਰਾਫਿਕਲ ਬਾਉਂਡਰੀਜ਼ ਆਫ ਦਾ ਕੰਟਰੀ ਉਸ ਨੂੰ ਅਸੀਂ ਕੀ ਕਰਦੇ ਹਾਂ ਸ਼ਾਮਿਲ ਕਰਦੇ ਹਾਂ। ਅਤੇ GNP ਦੇ ਵਿੱਚ ਦੂਸਰੇ ਪਾਸੇ ਅਸੀਂ ਜਿਹੜੀ ਕੁੱਲ ਆਮਦਨ ਹੈ ਉਸ ਦੇ ਵਿੱਚ ਭਾਰਤ ਦੇ ਜਿਹੜੇ ਨਾਗਰਿਕ ਨੇ ਇੱਕ ਦੇਸ਼ ਦੇ ਨਾਗਰਿਕਾਂ ਤੋਂ ਜਿਹੜੀ ਪ੍ਰਾਪਤ ਇਨਕਮ ਹੈ ਉਸ ਨੂੰ ਅਸੀਂ ਸ਼ਾਮਿਲ ਕਰਦੇ ਹਾਂ। ਤਾਂ ਜੇ ਅਸੀਂ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਮਤਲਬ ਕਿ ਸ਼ੁੱਧ ਵਿਦੇਸ਼ੀ ਆਮਦਨ ਵਿਦੇਸ਼ਾਂ ਤੋਂ ਜੇ ਅਸੀਂ ਲਈਏ ਤਾਂ ਇਹ ਕੀ ਹੈ ਇਨਕਮ ਅਰਨਡ ਬਾਏ ਡੋਮੈਸਟਿਕ ਫੈਕਟਰਸ ਆਫ ਪ੍ਰੋਡਕਸ਼ਨ ਇਨ ਫੋਰਨ ਕੰਟਰੀ। ਇਸ ਦਾ ਮਤਲਬ ਕੀ ਹੈ ਵਿਦੇਸ਼ੀ ਕਿਸੇ ਵਿਦੇਸ਼ ਦੇ ਵਿੱਚ ਜਿਹੜੇ ਸਾਡੇ ਘਰੇਲੂ ਉਤਪਾਦਨ ਦੇ ਸਾਧਨਾਂ ਨੇ ਜੋ ਵੀ ਇਨਕਮ ਪ੍ਰਾਪਤ ਕੀਤੀ ਹੈ ਉਸ ਦੇ ਵਿੱਚੋਂ ਅਸੀਂ ਮਾਈਨਸ ਕਰਾਂਗੇ ਕਿ ਜਿਹੜੀ ਸਾਡੇ ਜਿਹੜੇ ਆਪਣੀ ਘਰੇਲੂ ਅਰਥ ਵਿਵਸਥਾ ਦੇ ਵਿੱਚ ਜਿਹੜੇ ਵਿਦੇਸ਼ੀ ਉਤਪਾਦਨ ਦੇ ਸਾਧਨਾਂ ਨੇ ਜਿਹੜੀ ਇਨਕਮ ਪ੍ਰਾਪਤ ਕੀਤੀ ਹੈ ਉਸ ਨੂੰ ਅਸੀਂ ਕੀ ਕਰਾਂਗੇ ਇਨਕਮ ਅਰਨਡ ਬਾਏ ਡੋਮੈਸਟਿਕ ਫੈਕਟਰਸ ਆਫ ਪ੍ਰੋਡਕਸ਼ਨ ਇਨ ਫੋਰਨ ਕੰਟਰੀ ਦੇ ਵਿੱਚੋਂ ਕੀ ਕਰਾਂਗੇ ਮਾਈਨਸ ਕਰਾਂਗੇ। ਤਾਂ GNP ਸਾਡੇ ਕੋਲ ਕੀ ਹੈ ਜੀ GNP ਅਤੇ GDP ਦੇ ਵਿੱਚ ਕੀ ਫਰਕ ਹੈ ਕਿ GDP ਦੇ ਵਿੱਚ ਅਸੀਂ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਮਤਲਬ ਵਿਦੇਸ਼ਾਂ ਤੋਂ ਜਿਹੜੀ ਸਾਨੂੰ ਸ਼ੁੱਧ ਆਮਦਨ ਪ੍ਰਾਪਤ ਹੁੰਦੀ ਹੈ ਉਸ ਨੂੰ ਅਸੀਂ GDP ਦੇ ਵਿੱਚ ਜੇ ਸ਼ਾਮਿਲ ਕਰ ਲਈਏ ਤਾਂ ਕੀ ਬਣ ਜਾਂਦੀ ਹੈ ਉਹ GNP। ਇਹ ਅਸੀਂ ਆਲਰੇਡੀ ਜਦੋਂ ਨੈਸ਼ਨਲ ਇਨਕਮ ਦੇ ਕਨਸੈਪਟ ਸੀਗੇ ਪਿਛਲੇ ਲੈਕਚਰ 'ਚ ਅਸੀਂ ਡਿਟੇਲ 'ਚ ਡਿਸਕਸ ਕਰ ਚੁੱਕੇ ਹਾਂ। ਇੱਥੇ ਸਿਰਫ ਮੈਂ ਫਲੋਇੰਗ ਰੈਫਰੈਂਸ ਜਿਹੜਾ ਹੈ ਉਹ ਡਿਸਕਸ ਕਰਨ ਦੀ ਕੋਸ਼ਿਸ਼ ਕਰ ਰਿਹਾ। ਹੁਣ ਨੈਕਸਟ ਜਿਹੜਾ ਕਨਸੈਪਟ ਅਸੀਂ ਡਿਸਕਸ ਕਰਨਾ ਹੈ ਉਹ ਹੈ ਬੈਲੈਂਸ ਆਫ ਟ੍ਰੇਡ। ਤਾਂ ਬੈਲੈਂਸ ਆਫ ਟ੍ਰੇਡ ਕੀ ਹੈ ਅਤੇ ਬੈਲੈਂਸ ਆਫ ਟ੍ਰੇਡ ਜਿਸ ਤਰ੍ਹਾਂ ਮੈਂ ਹੁਣੇ ਤੁਹਾਡੇ ਨਾਲ ਡਿਸਕਸ ਕੀਤਾ ਹੈ ਕਿ ਇੱਕ ਦੇਸ਼ ਦੂਸਰੇ ਦੇਸ਼ਾਂ ਦੇ ਨਾਲ ਵਸਤੂਆਂ ਅਤੇ ਸੇਵਾਵਾਂ ਐਕਸਪੋਰਟ ਅਤੇ ਇੰਪੋਰਟ ਕਰਦਾ ਹੈ। ਜਦੋਂ ਇੱਕ ਦੇਸ਼ ਦੂਸਰੇ ਦੇਸ਼ਾਂ ਨੂੰ ਵਸਤੂਆਂ ਭੇਜਦਾ ਹੈ
ਤਾਂ ਉਸ ਵਸਤੂਆਂ ਦੇ ਬਦਲੇ ਉਹਨਾਂ ਨੂੰ ਵਿਦੇਸ਼ੀ ਮੁਦਰਾ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਅਤੇ ਜਦੋਂ ਉਹ ਇੰਪੋਰਟ ਕਰਦਾ ਦੂਸਰੇ ਦੇਸ਼ਾਂ ਤੋਂ ਵਸਤੂਆਂ ਮੰਗਵਾਉਂਦਾ ਹੈ, ਤਾਂ ਕੀ ਹੁੰਦਾ ਹੈ, ਉਹ ਦੂਸਰੇ ਦੇਸ਼ਾਂ ਨੂੰ ਉਸਦਾ ਭੁਗਤਾਨ ਕਰਦਾ ਹੈ, ਉਸਦੇ ਨਾਲ ਸਾਡੀ ਜਿਹੜੀ ਵਿਦੇਸ਼ੀ ਮੁਦਰਾ ਹੈ ਉਹ ਦੂਜੇ ਦੇਸ਼ਾਂ ਦੇ ਵਿੱਚ ਜਾਂਦੀ ਹੈ। ਤਾਂ ਜਦੋਂ ਅਸੀਂ ਵੈਲਿਊ ਆਫ ਐਕਸਪੋਰਟ ਆਫ ਵਿਜ਼ੀਬਲ ਆਈਟਮ, ਜਿਹੜੀਆਂ ਟੈਂਜੀਬਲ ਗੁਡਸ ਨੇ, ਜਿਨ੍ਹਾਂ ਨੂੰ ਅਸੀਂ ਛੂ ਸਕਦੇ ਹਾਂ, ਜਿਨ੍ਹਾਂ ਨੂੰ ਅਸੀਂ ਇਕੱਲੀਆਂ ਗੁਡਸ ਕਹਿੰਦੇ ਹਾਂ, ਸਰਵਿਸਿਜ਼ ਨਹੀਂ, ਜਿਹੜੀਆਂ ਵਸਤੂਆਂ ਦਾ ਐਕਸਪੋਰਟ ਦਾ ਮੁੱਲ ਹੈ, ਅਤੇ ਉਸ ਦੇ ਵਿੱਚੋਂ ਜੇ ਵਸਤੂਆਂ ਦੇ ਇੰਪੋਰਟ ਦੇ ਮੁੱਲ ਨੂੰ ਅਸੀਂ ਮਾਈਨਸ ਕਰ ਦਈਏ, ਉਹਨਾਂ ਦੋਨਾਂ ਦਾ ਡਿਫਰੈਂਸ ਲੈ ਲਈਏ, ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਬੈਲੈਂਸ ਆਫ ਟ੍ਰੇਡ। ਜੇ ਐਕਸਪੋਰਟ ਦਾ ਮੁੱਲ ਇੰਪੋਰਟ ਦੇ ਮੁੱਲ ਦੇ ਨਾਲੋਂ ਜ਼ਿਆਦਾ ਹੋਵੇ ਤਾਂ ਟ੍ਰੇਡ ਜਿਹੜਾ ਹੈ ਉਹ ਸਰਪਲਸ ਹੁੰਦਾ, ਅਤੇ ਜੇ ਐਕਸਪੋਰਟ ਦਾ ਵੈਲਿਊ ਜਿਹੜੀ ਹੈ ਉਹ ਇੰਪੋਰਟ ਦੇ ਵੈਲਿਊ ਨਾਲੋਂ ਘੱਟ ਹੋਵੇ ਤਾਂ ਟ੍ਰੇਡ ਕੀ ਹੁੰਦਾ ਹੈ, ਡੈਫਿਸਿਟ ਹੁੰਦਾ, ਤਾਂ ਘਾਟੇ ਦਾ ਵਪਾਰ ਹੁੰਦਾ। ਮਤਲਬ ਇੰਪੋਰਟ ਦੀ ਵੈਲਿਊ ਜੇ ਐਕਸਪੋਰਟ ਨਾਲੋਂ ਜ਼ਿਆਦਾ ਹੋਵੇ ਤਾਂ ਘਾਟੇ ਦਾ ਵਪਾਰ, ਜੇ ਐਕਸਪੋਰਟ ਦੀ ਵੈਲਿਊ ਇੰਪੋਰਟ ਨਾਲੋਂ ਜ਼ਿਆਦਾ ਹੋਵੇ ਤਾਂ ਸਰਪਲਸ ਹੁੰਦਾ। ਅਤੇ ਵਸਤੂਆਂ ਤੋਂ ਇਲਾਵਾ ਇੱਕ ਦੇਸ਼ ਦੂਸਰੇ ਦੇਸ਼ਾਂ ਦੇ ਨਾਲ ਕਈ ਤਰ੍ਹਾਂ ਦੀਆਂ ਜਿਹੜੀਆਂ ਸਰਵਿਸਿਜ਼ ਨੇ, ਕੰਸਲਟੈਂਸੀਜ਼ ਹੈ, ਟੂਰਿਜ਼ਮ ਹੈ, ਸ਼ਿਪਿੰਗ ਹੈ, ਉਹ ਵੀ ਦੂਸਰੇ ਦੇਸ਼ਾਂ ਦੇ ਨਾਲ ਉਸਦਾ ਐਕਸਪੋਰਟ ਅਤੇ ਇੰਪੋਰਟ ਕਰਦਾ। ਇਸ ਤੋਂ ਇਲਾਵਾ ਇੱਕ ਦੇਸ਼ ਦੇ ਜਿਹੜੇ ਲੇਬਰ ਹੈ, ਜਿਹੜੀ ਮਜ਼ਦੂਰ ਨੇ, ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ ਜਾ ਕੇ ਕੰਮ ਕਰਦੇ ਨੇ। ਜਿਸ ਤਰ੍ਹਾਂ ਸਾਡੇ ਦੇਸ਼ ਦੇ ਕਈ ਨਾਗਰਿਕ ਜਿਹੜੇ ਨੇ ਦੂਜੇ ਦੇਸ਼ਾਂ ਵਿੱਚ ਕੰਮ ਕਰਦੇ ਨੇ, ਇਸ ਤਰ੍ਹਾਂ ਹੀ ਦੂਸਰੇ ਦੇਸ਼ਾਂ ਦੇ ਨਾਗਰਿਕ ਵੀ ਭਾਰਤ ਦੇ ਵਿੱਚ ਕੰਮ ਕਰਦੇ ਨੇ। ਜਦੋਂ ਸਾਡੇ ਦੇਸ਼ ਦੇ ਨਾਗਰਿਕ ਦੂਜੇ ਦੇਸ਼ਾਂ ਵਿੱਚ ਕੰਮ ਕਰਦੇ ਨੇ ਤਾਂ ਉਹ ਜਿਹੜੀ ਇਨਕਮ ਹੈ ਉਹ ਸਾਨੂੰ ਜਿਹੜੀ ਪ੍ਰਾਪਤ ਹੁੰਦੀ ਹੈ, ਦੈਟ ਇਜ਼ ਦਾ ਐਕਸਪੋਰਟ, ਦਾ ਵੈਲਿਊ ਆਫ ਐਕਸਪੋਰਟ, ਉਹ ਸਾਨੂੰ ਇਨਕਮ ਵੀ ਪ੍ਰਾਪਤ ਹੁੰਦੀ ਹੈ। ਜਦੋਂ ਦੂਸਰੇ ਦੇਸ਼ਾਂ ਦੇ ਨਾਗਰਿਕ ਸਾਡੇ ਦੇਸ਼ ਦੇ ਵਿੱਚ ਆ ਕੇ ਕੰਮ ਕਰਦੇ ਹਨ ਤਾਂ ਦੈਟ ਇਜ਼ ਦਾ ਇੰਪੋਰਟ ਆਫ ਇਨਵਿਜ਼ੀਬਲ ਆਈਟਮ, ਦੈਟ ਇਜ਼ ਸਰਵਿਸਿਜ਼ ਨੂੰ ਅਸੀਂ ਕੀ ਕਰ ਰਹੇ ਹਾਂ, ਇੰਪੋਰਟ ਕਰ ਰਹੇ ਹਾਂ। ਜਦੋਂ ਅਸੀਂ ਐਕਸਪੋਰਟ ਆਫ ਵਿਜ਼ੀਬਲ ਐਂਡ ਇਨਵਿਜ਼ੀਬਲ ਆਈਟਮ, ਸਰਵਿਸਿਜ਼ ਨੂੰ ਅਸੀਂ ਇਨਵਿਜ਼ੀਬਲ ਕਹਿ ਸਕਦੇ ਹਾਂ, ਐਕਸਪੋਰਟ ਆਫ ਵਿਜ਼ੀਬਲ ਐਂਡ ਇਨਵਿਜ਼ੀਬਲ ਆਈਟਮਸ ਦੇ ਮੁੱਲ ਦੇ ਵਿੱਚੋਂ ਅਸੀਂ ਇੰਪੋਰਟ ਆਫ ਵਿਜ਼ੀਬਲ ਐਂਡ ਇਨਵਿਜ਼ੀਬਲ ਆਈਟਮਸ ਨੂੰ ਘਟਾ ਦਿੰਦੇ ਹਾਂ, ਮਾਈਨਸ ਕਰ ਦਿੰਦੇ ਹਾਂ। ਤਾਂ ਜੇ ਮਾਈਨਸ ਕਰਕੇ ਵੈਲਿਊ ਪੋਜ਼ਿਟਿਵ ਹੋਵੇ ਤਾਂ ਬੈਲੈਂਸ ਆਫ ਪੇਮੈਂਟ ਜਿਹੜੀ ਹੈ ਉਹ ਸਰਪਲਸ ਹੋਏਗਾ, ਤਾਂ ਪੋਜ਼ਿਟਿਵ ਹੋਏਗਾ। ਅਤੇ ਜੇ ਐਕਸਪੋਰਟ ਆਫ ਦਾ ਵੈਲਿਊ ਆਫ ਐਕਸਪੋਰਟ ਆਫ ਵਿਜ਼ੀਬਲ ਐਂਡ ਇਨਵਿਜ਼ੀਬਲ ਆਈਟਮ ਇੰਪੋਰਟ ਆਫ ਵਿਜ਼ੀਬਲ ਐਂਡ ਇਨਵਿਜ਼ੀਬਲ ਆਈਟਮ ਦੇ ਨਾਲੋਂ ਘੱਟ ਹੋਵੇ ਤਾਂ ਬੈਲੈਂਸ ਆਫ ਟ੍ਰੇਡ ਜਿਹੜਾ, ਬੈਲੈਂਸ ਆਫ ਪੇਮੈਂਟ ਜਿਹੜੀ ਹੈ ਉਹ ਕੀ ਹੈ, ਡੈਫਿਸਿਟ ਹੈ। ਤਾਂ ਸਾਡੇ ਕੰਟਰੀ ਦੇ ਵਿੱਚ, ਇੰਡੀਆ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਜਿਹੜੀ ਇਨਵਿਜ਼ੀਬਲ ਆਈਟਮ ਜਿਹੜੀਆਂ ਨੇ ਉਹ ਟ੍ਰੇਡ ਬੈਲੈਂਸ ਦੇ ਵਿੱਚ ਇੱਕ ਮੇਜਰ ਪਾਰਟ ਜਿਹੜਾ ਹੈ ਉਹ ਹੈ, ਮਤਲਬ ਸਰਪਲਸ ਹੈ ਇਨਵਿਜ਼ੀਬਲ ਆਈਟਮਸ। ਸਰਪਲਸ ਮੀਨਸ ਕਿ ਜਿਹੜੀਆਂ ਐਕਸਪੋਰਟ ਆਫ ਸਰਵਿਸਿਜ਼ ਨੇ ਉਹਨਾਂ ਦਾ ਮੁੱਲ ਇੰਪੋਰਟ ਆਫ ਇਨਵਿਜ਼ੀਬਲ ਆਈਟਮ ਦੇ ਮੁੱਲ ਦੇ ਨਾਲੋਂ ਕੀ ਹੈ, ਜ਼ਿਆਦਾ ਹੈ, ਜਿਸ ਦੇ ਨਾਲ ਅਸੀਂ ਟ੍ਰੇਡ ਦੇ ਜਿਹੜੇ ਡੈਫਿਸਿਟ ਨੇ ਉਹਨੂੰ ਘਟਾਉਣ ਦੇ ਵਿੱਚ ਕਾਫੀ ਹੱਦ ਤੱਕ ਸਕਸੈਸਫੁਲ ਹੈ। ਹੁਣ ਇਹ ਜਿਹੜਾ ਬੈਲੈਂਸ ਆਫ ਪੇਮੈਂਟ ਹੈ, ਬੈਲੈਂਸ ਆਫ ਪੇਮੈਂਟ ਜਿਹਨੂੰ ਅਸੀਂ ਭੁਗਤਾਨ ਬਾਕੀ ਕਹਿੰਦੇ ਹਾਂ ਪੰਜਾਬੀ ਦੇ ਵਿੱਚ, ਤਾਂ ਇਹਦੇ ਵਿੱਚ ਦੋ ਕੰਪੋਨੈਂਟ ਨੇ, ਦੋ ਕੰਸਟੀਟਿਊਐਂਟਸ ਨੇ, ਦੋ ਅੰਗ ਨੇ। ਇੱਕ ਕਰੰਟ ਅਕਾਊਂਟ, ਵਰਤਮਾਨ ਜਾਂ ਚਾਲੂ ਖਾਤਾ, ਅਤੇ ਦੂਸਰਾ ਹੈ ਪੂੰਜੀ ਖਾਤਾ, ਕੈਪੀਟਲ ਅਕਾਊਂਟ। ਕਰੰਟ ਅਕਾਊਂਟ ਦੇ ਵਿੱਚ ਅਸੀਂ ਰਿਕਾਰਡ ਕਰਦੇ ਹਾਂ ਇੱਕ ਕੰਟਰੀ ਦਾ ਦੂਸਰੇ ਕੰਟਰੀ ਦੇ ਨਾਲ ਇਨਕਮ ਦਾ ਪ੍ਰਵਾਹ, ਇੱਕ ਕੰਟਰੀ ਦੂਸਰੇ ਕੰਟਰੀ ਦੇ ਨਾਲ, ਇੱਕ ਦੇਸ਼ ਦੂਸਰੇ ਕੰਟਰੀ ਦੇ ਨਾਲ ਕਿੰਨੀ ਇਨਕਮ ਦੀ ਪ੍ਰਵਾਹ ਕਰਦਾ ਹੈ, ਕਿੰਨੀ ਪ੍ਰਵਾਹ ਹੁੰਦੀ ਹੈ ਇਨਕਮ ਦਾ, ਲੈਣਾ ਦੇਣਾ ਕਿੰਨਾ ਹੁੰਦਾ ਹੈ, ਉਸ ਨੂੰ ਅਸੀਂ ਕਰੰਟ ਅਕਾਊਂਟ ਦੇ ਵਿੱਚ ਰਿਕਾਰਡ ਕਰਦੇ ਹਾਂ। ਅਤੇ ਕੈਪੀਟਲ ਅਕਾਊਂਟ ਦੇ ਵਿੱਚ ਅਸੀਂ ਕੈਪੀਟਲ, ਪੂੰਜੀ, ਅਤੇ ਫਾਈਨਾਂਸ, ਵਿੱਤ, ਜਿਹੜਾ ਇੱਕ ਦੇਸ਼ ਦਾ ਦੂਸਰੇ ਦੇਸ਼ਾਂ ਦੇ ਨਾਲ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਉਸ ਨੂੰ ਅਸੀਂ ਕੈਪੀਟਲ ਅਕਾਊਂਟ ਦੇ ਵਿੱਚ ਮਤਲਬ ਰਿਕਾਰਡ ਕਰਦੇ ਹਾਂ। ਤੇ ਕੈਪੀਟਲ ਅਕਾਊਂਟ 'ਚ ਕੈਪੀਟਲ ਐਂਡ ਫਾਈਨਾਂਸ, ਅਤੇ ਕਰੰਟ ਅਕਾਊਂਟ ਦੇ ਵਿੱਚ ਜਿਹੜੀਆਂ ਇਨਕਮ ਹੈ ਉਸ ਦੇ ਪ੍ਰਵਾਹ ਨੂੰ ਅਸੀਂ ਕੀ ਕਰਦੇ ਹਾਂ, ਰਿਕਾਰਡ ਕਰਦੇ ਹਾਂ। ਤਾਂ ਬੈਲੈਂਸ ਆਫ ਟ੍ਰੇਡ
ਅਤੇ ਬੈਲੈਂਸ ਆਫ ਇਨਵਿਜੀਬਲ ਆਈਟਮਸ, ਜਿਸ ਤਰ੍ਹਾਂ ਜਿਹੜੀਆਂ ਬੈਲੈਂਸ ਆਫ ਸਰਵਿਸਿਜ਼ ਹੈ ਜਾਂ ਜਿਸ ਨੂੰ ਅਸੀਂ ਇਨਵਿਜੀਬਲ ਆਈਟਮਸ ਕਹਿ ਦਿੰਦੇ ਹਾਂ, ਇਹ ਟੁਗੈਦਰ ਮਤਲਬ ਕਿ ਵਸਤੂਆਂ ਅਤੇ ਮਤਲਬ ਕਿ ਗੁਡਸ ਐਂਡ ਸਰਵਿਸਿਜ਼ ਦੋਨਾਂ ਨੂੰ ਅਸੀਂ ਕਰੰਟ ਅਕਾਊਂਟ ਦੇ ਵਿੱਚ ਰਿਕਾਰਡ ਕਰਦੇ ਹਾਂ। ਮਤਲਬ ਜੋ ਵੀ ਐਕਸਪੋਰਟ ਅਤੇ ਇੰਪੋਰਟ ਕਰਕੇ ਗੁਡਸ ਐਂਡ ਸਰਵਿਸਿਜ਼ ਤੋਂ ਜੋ ਵੀ ਇਨਕਮ ਸਾਨੂੰ ਪ੍ਰਾਪਤ ਹੁੰਦੀ ਹੈ ਅਤੇ ਜੋ ਵੀ ਇਨਕਮ ਦਾ ਅਸੀਂ ਭੁਗਤਾਨ ਕਰਦੇ ਹਾਂ, ਉਸ ਨੂੰ ਕਰੰਟ ਅਕਾਊਂਟ ਦੇ ਵਿੱਚ ਅਸੀਂ ਰਿਕਾਰਡ ਕਰਦੇ ਹਾਂ। ਇਹ ਜਦੋਂ ਕਰੰਟ ਅਕਾਊਂਟ 'ਚ ਰਿਕਾਰਡ ਕਰਦੇ ਹਾਂ, ਇਹ ਆਪਾਂ ਹੁਣੇ ਕਰਕੇ ਚੁੱਕੇ ਹਾਂ, ਇਹ ਡੈਫਿਸਿਟ ਵੀ ਹੋ ਸਕਦਾ ਕਰੰਟ ਅਕਾਊਂਟ, ਇਹ ਸਰਪਲਸ ਵੀ ਹੋ ਸਕਦਾ। ਤਾਂ ਇਹਦਾ ਮਤਲਬ ਬੈਲੈਂਸ ਆਫ ਕਰੰਟ ਅਕਾਊਂਟ ਬੈਲੈਂਸ ਜਿਹੜਾ ਹੈ ਉਹ बैलेंस ऑफ ट्रेड्स प्लस इनविजिबल आइटम्स। बैलेंस ऑफ ट्रेड की है एक्सपोर्ट एंड इंपोर्ट का डिफरेंस है विजिबल आइटम का गुड्स का, ਅਤੇ ਜਿਹੜੀ ਇਨਵਿजिबल ਦੇ ਵਿੱਚ ਅਸੀਂ ਆਪਾਂ ਡਿਸਕਸ ਕਰ ਚੁੱਕੇ ਹਾਂ, ਸਿਰਫ ਅਸੀਂ ਸਰਵਿਸਿਜ਼ ਨੂੰ ਸ਼ਾਮਿਲ ਕਰਦੇ ਹਾਂ। ਤਾਂ ਦੂਸਰੇ ਪਾਸੇ ਜੇ ਅਸੀਂ कैपिटल अकाउंट की गल करते हैं तो कैपिटल अकाउंट दे विच असीं एक देश तो दूसरे देशों के नाल जो भी परचेज अते सेल करते हैं, रियल अते फाइनैंशियल एसेट मतलब वास्तविक अते वित्तीय जो परिसंपत्ति है खरीदते अते बेचते हैं, उस तो जो भी इनकम होंदी है प्राप्त होंदी है जां इनकम का असीं भुगतान करते हैं, उसनूं असीं शामिल करते हैं। ਤਾਂ ਐਸੈਟਸ ਦੇ ਵਿੱਚ ਅਸੀਂ ਫਿਜ਼ੀਕਲ ਐਸੈਟਸ ਭੌਤਿਕ ਜਿਹੜੀ ਪਰਿਸੰਪत्ति ਹੈ, ਜਿਵੇਂ ਭੂਮੀ ਹੈ, ਫੈਕਟਰੀਜ਼ ਹੈ, ਘਰ ਨੇ, ਇਹਨਾਂ ਨੂੰ ਅਤੇ ਫਾਈਨੈਂਸ਼ੀਅਲ ਐਸੈਟ ਦੇ ਵਿੱਚ ਜਿਸ ਤਰ੍ਹਾਂ ਸਟਾਕਸ ਐਂਡ ਬੌਂਡਸ ਹਨ, ਇਹਨਾਂ ਨੂੰ ਅਸੀਂ ਸ਼ਾਮਿਲ ਕਰਦੇ ਹਾਂ। ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ, ਜਿਹੜੀ ਹਰੇਕ ਟ੍ਰਾਂਜੈਕਸ਼ਨ ਹੈ ਉਸ ਨੂੰ ਅਸੀਂ ਕੈਪੀਟਲ ਅਕਾਊਂਟ ਦੇ ਵਿੱਚ ਦੋ ਵਾਰੀ ਰਿਕਾਰਡ ਕਰਦੇ ਹਾਂ। एक क्रेडिट एंट्री होंगी है, एक डेबिट। तो इसका मतलब की है हर एक ट्रांजैक्शन दियाँ दो एंट्रीज ने, एक क्रेडिट, एक पासे क्रेडिट है, एक पासे की है डेबिट। जे असी उदाहरण के रूप में असी इसनूं लईए, जे असी विदेशी कोई वित्तीय संस्था वित्तीय परिसंपत्ति जिस तरह ਅਸੀਂ ਵਿਦੇਸ਼ੀ ਸਰਕਾਰ ਦੇ ਜਿਹੜੇ ਬੌਂਡਸ ਹੈ ਜਾਂ ਸ਼ੇਅਰਸ ਨੇ ਜਾਂ ਵਿਦੇਸ਼ੀ ਫਰਮ ਦੇ ਉਹ ਅਸੀਂ ਖਰੀਦੀਏ, ਤਾਂ ਇਹ ਕੀ ਹੋ ਗਿਆ ਕਿ ਦਿਸ ਇਜ਼ ਦਾ ਇੰਪੋਰਟ ਆਫ ਐਸੈਟ, ਅਤੇ ਸਾਡੀ ਜਿਹੜੀ ਸੰਪत्ति ਹੈ, ਪੈਸੇ ਜਿਹੜੇ ਨੇ ਉਹ ਦੂਸਰੇ ਦੇਸ਼ਾਂ ਵਿੱਚ ਜਾਣਗੇ। ਦਿਸ ਇਜ਼ ਦਾ ਕੈਪੀਟਲ ਆਊਟਫਲੋ। ਮਤਲਬ ਕਿ ਜੇ ਇੱਕ ਦੇਸ਼ ਜਿਹੜਾ ਹੈ, ਇੰਡੀਆ ਜਿਹੜਾ ਹੈ ਜਾਂ ਇੰਡੀਅਨ ਫਰਮ कोई विदेशी परिसंपत्ति खरीदी है, उन्होंने कोई शेयर्स खरीदी है ਜਾਂ कोई फिक्स एसेट खरीदी है, ਤਾਂ ਉਸ ਤੇ ਸਾਨੂੰ ਉਹਨਾਂ ਦੀ ਪੇਮੈਂਟ ਕਰਨੀ ਪੈਣੀ ਹੈ, ਤਾਂ ਸਾਡੀ ਪੂੰਜੀ ਜਿਹੜੀ ਹੈ ਵਿਦੇਸ਼ਾਂ ਵਿੱਚ ਜਾਏਗੀ। ਦਿਸ ਇਜ਼ ਦਾ ਇੰਪੋਰਟ ਆਫ ਐਨ ਐਸੈਟ। ਇਸੇ ਤਰ੍ਹਾਂ ਜੇ ਕੋਈ ਵਿਦੇਸ਼ੀ ਨਾਗਰਿਕ ਜਾਂ ਵਿਦੇਸ਼ੀ ਗੌਰਮੈਂਟ ਸਾਡੀ ਕੋਈ परिसंपत्ति ਖਰੀਦਦੀ ਹੈ ਜਾਂ ਸਾਡੇ ਕਿਸੇ ਫਰਮ ਦੇ ਬੌਂਡਸ ਐਂਡ ਸ਼ੇਅਰਸ ਨੂੰ ਖਰੀਦਦੀ ਹੈ, ਤਾਂ ਸਾਨੂੰ ਉਹ ਪੂੰਜੀ ਜਿਹੜੀ ਹੈ ਸਾਨੂੰ ਪ੍ਰਾਪਤ ਹੋਏਗੀ। ਦੈਟ ਇਜ਼ ਦਾ ਇਨਫਲੋ ਆਫ ਕੈਪੀਟਲ। ਤਾਂ ਉਹ ਸਾਡੇ ਕੋਲ ਇਨਫਲੋ ਹੋਏਗੀ। ਤਾਂ ਜਿਹੜੀ ਨੈਟ ਜਿਹੜੀ ਐਕਸਪੋਰਟ ਹੈ ਉਹ ਪੋਜ਼ੀਟਿਵ ਵੀ ਹੋ ਸਕਦੀ ਹੈ, ਉਹ ਨੈਗੇਟਿਵ ਵੀ ਹੋ ਸਕਦੀ ਹੈ। ਇਹ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਜਿਹੜੀਆਂ ਬੋਰਿੰਗਸ ਨੇ ਵਿਦੇਸ਼ੀ ਮੁਦਰਾ ਦੀਆਂ, ਉਸ ਨੂੰ ਅਸੀਂ ਕੈਪੀਟਲ ਅਕਾਊਂਟ 'ਚ ਕ੍ਰੈਡਿਟ ਦੇ ਵਿੱਚ ਸ਼ੋਅ ਕਰਦੇ ਹਾਂ। ਜਦੋਂ ਅਸੀਂ ਵੈਨ ਇੰਟਰਸਟ ਇਜ਼ ਪੇਡ ਟੂ ਦਾ ਲੈਂਡਰ ਕੰਟਰੀ, ਜਦੋਂ ਅਸੀਂ ਇੰਟਰਸਟ ਉਸ ਦਾ ਪੇ ਕਰਦੇ ਹਾਂ ਔਨ ਸੱਚ ਮਤਲਬ ਕਿ ਅਸੀਂ ਈਅਰਲੀ ਬੇਸਿਸ 'ਤੇ ਅਸੀਂ ਡੈਟ ਪੇ ਕਰਦੇ ਹਾਂ, ਤਾਂ ਇਸ ਨੂੰ ਕੈਪੀਟਲ ਆਊਟਫਲੋ ਜਿਹੜਾ ਹੈ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਇੰਡੀਆ ਦਾ ਹੋ। ਠੀਕ ਹੈ ਨਾ। ਇਸ ਨੂੰ ਅਸੀਂ ਸੱਚ ਸਰਵਿਸਿਜ਼ ਆਫ ਡੈਟ ਜਿਹੜੀ ਇੰਟਰਸਟ ਪੇਮੈਂਟ ਹੈ ਉਸ ਨੂੰ ਡੈਬਿਟ ਦੇ ਵਿੱਚ ਅਸੀਂ ਕਰੰਟ ਅਕਾਊਂਟ 'ਚ ਸ਼ੋਅ ਕਰਾਂਗੇ। ਠੀਕ ਹੈ। ਜਿਸ ਤਰ੍ਹਾਂ ਜੇ ਅਸੀਂ ਇੱਕ
uh, तो कैपिटल अकाउंट में भी ਅਸੀਂ ਕਹਿ ਸਕਦੇ ਹਾਂ ਕਈ ਹੈਡਸ ਨੇ ਜਿਸ ਤਰ੍ਹਾਂ ਇੱਕ ਐਕਸਟਰਨਲ ਅਸਿਸਟੈਂਸ ਇੱਕ एक्सटर्नल कमर्शियल बोरिंग्स तीसरा है शॉर्ट टर्म क्रेडिट चौथा है बैंकिंग कैपिटल पंजवां है विदेशी निवेश ਅਤੇ ਇਸ ਤੋਂ ਇਲਾਵਾ अदर फ्लोज ठीक है अंडर हरेक हैड ਦੇ अंडर दो डायरेक्शंस ने एक पासे क्रेडिट है एक पासे डेबिट है कैपिटल अकाउंट we consider the capital account of India ਫੋਰਨ ਇਨਵੈਸਟਮੈਂਟ ਇਨ ਬੋਥ ਡਾਇਰੈਕਸ਼ਨ ਵਿਦੇਸ਼ੀ ਜਿਹੜਾ ਨਿਵੇਸ਼ ਹੈ ਦੋਨੋਂ ਡਾਇਰੈਕਸ਼ਨ ਦੇ ਵਿੱਚ ਅਸੀਂ ਸ਼ਾਮਿਲ ਕਰਦੇ ਹਾਂ ਕਈ देयर आर मैनी ਫੋਰਨ ਮਲਟੀਨੈਸ਼ਨਲ ਕੰਪਨੀ ਵਿੱਚ ਇਨਵੈਸਟ ਇਨ ਇੰਡੀਆ ਕਈ ਵਿਦੇਸ਼ੀ ਕੰਪਨੀਆਂ ਜਿਹੜੀਆਂ ਨੇ ਭਾਰਤ ਦੇ ਵਿੱਚ ਕੀ ਕਰਦੀਆਂ ਨੇ ਉਹ ਨਿਵੇਸ਼ ਕਰਦੀਆਂ ਨੇ ਅਤੇ ਉਸੇ ਸਮੇਂ ਦੇ ਵਿੱਚ ਕਈ ਇੰਡੀਅਨ ਮਲਟੀਨੈਸ਼ਨਲਸ ਵੀ ਨੇ ਜਿਹੜੀਆਂ ਕਿ ਵਿਦੇਸ਼ਾਂ ਵਿੱਚ ਨਿਵੇਸ਼ ਕਰਦੀਆਂ ਤਾਂ ਇਸ ਕਰਕੇ ਅਸੀਂ ਜਿਹੜੀ ਨੈਟ ਅਮਾਉਂਟ ਹੈ ਹਰੇਕ ਹੈਡ ਦੇ ਅੰਡਰ ਉਸ ਨੂੰ ਅਸੀਂ ਕਾਊਂਟ ਕਰਦੇ ਹਾਂ ਕਈ ਵਾਰੀ ਟਾਈਮ ਲਾਈਨ ਵੀ ਇਨਵੋਲਵ ਹੁੰਦਾ ਹੈ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਦੇ ਵਿੱਚ ਤਾਂ ਡਾਟਾ ਜਿਹੜਾ ਹੈ ਅਸੀਂ ਐਕਸਪੋਰਟ ਦਾ ਕਸਟਮ ਡਿਪਾਰਟਮੈਂਟ ਤੋਂ ਕਲੈਕਟ ਕਰਦੇ ਹਾਂ ਜਦੋਂ ਗੁੱਡਸ ਨੂੰ ਅਸੀਂ ਸ਼ਿਪ ਦੇ ਵਿੱਚ ਲੋਡ ਕਰਦੇ ਹਾਂ ਅਤੇ ਜਦੋਂ ਕਿ ਪੇਮੈਂਟ ਜਿਹੜੀ ਹੈ ਜਿਹੜਾ ਅਸੀਂ ਮੰਗਵਾਉਂਦੇ ਹਾਂ ਮਾਲ ਉਹ 6 ਮਹੀਨੇ ਬਾਅਦ ਜਿਹੜੀਆਂ ਨੇ ਉਹ ਸਾਨੂੰ ਪ੍ਰਾਪਤ ਹੁੰਦੀਆਂ ਨੇ ਅਤੇ ਕਈ ਵਾਰੀ ਜ਼ਿਆਦਾਤਰ ਉਸੇ ਸਾਲ ਜਿਹੜਾ ਹੈ ਬੈਲੈਂਸ ਆਫ ਪੇਮੈਂਟ ਦੇ ਵਿੱਚ ਉਹ ਰਿਕਾਰਡ ਨਹੀਂ ਹੁੰਦੀਆਂ ਤਾਂ ਕਈ ਵਾਰੀ ਕੀ ਹੁੰਦਾ ਹੈ ਇਸ ਕਰਕੇ ਜਿਹੜਾ ਬੈਲੈਂਸ ਆਫ ਪੇਮੈਂਟ ਦੇ ਵਿੱਚ ਅਸੀਂ ਐਂਟਰੀਜ਼ ਕਰਦੇ ਹਾਂ ਐਰਰਸ ਐਂਡ ਓਮਿਸ਼ਨਸ ਮਤਲਬ ਜਿਹੜੀਆਂ ਕੁਝ ਐਰਰਸ ਹੈਗੇ ਜਾਂ ਕੁਝ ਓਮਿਸ਼ਨਸ ਨੇ बैलेंस ऑफ पेमेंट अकाउंट ਦੇ ਵਿੱਚ ਉਹਨਾਂ ਨੂੰ ਵੀ ਸ਼ਾਮਲ ਕਰਦੇ ਜਦੋਂ ਕੈਪੀਟਲ ਦੀ ਇਨਫਲੋ ਜਿਹੜੀ ਸਾਨੂੰ ਪੂੰਜੀ ਵਿਦੇਸ਼ਾਂ ਤੋਂ ਪ੍ਰਾਪਤ ਹੋਈ ਕੈਪੀਟਲ ਆਊਟਫਲੋ ਦੇ ਨਾਲ ਜਿਹੜੀ ਵਿਦੇਸ਼ਾਂ ਨੂੰ ਅਸੀਂ ਪੂੰਜੀ ਭੇਜੀ ਹੈ ਉਹਦੇ ਨਾਲੋਂ ਜ਼ਿਆਦਾ ਹੋ ਜਾਵੇ ਤਾਂ ਕੈਪੀਟਲ ਅਕਾਊਂਟ ਕੀ ਹੋਏਗਾ ਸਰਪਲਸ ਅਤੇ ਜੇ ਆਊਟਫਲੋ ਜਿਹੜਾ ਹੈ ਉਹ ਘੱਟ ਹੋਵੇ ਅਤੇ ਇਨਫਲੋ ਜਿਹੜਾ ਹੈ ਉਹ ਆਊਟਫਲੋ ਜ਼ਿਆਦਾ ਹੋਵੇ ਅਤੇ ਇਨਫਲੋ ਜਿਹੜਾ ਹੈ ਉਹ ਘੱਟ ਜਾਵੇ ਤਾਂ ਜਿਹੜਾ ਕੈਪੀਟਲ ਅਕਾਊਂਟ ਜਿਹੜਾ ਹੈ ਉਹ ਕੀ ਹੈ ਡੈਫਿਸਿਟ ਹੋਵੇ ਤਾਂ ਇੱਕ ਕੇਵਲ ਜਿਹੜਾ ਕਿ ਅਸੀਂ ਸਕਰੀਨ ਤੇ ਦਿਖਾ ਰਹੇ ਹਾਂ ਮੈਨੂੰ ਨਹੀਂ ਪਤਾ ਕਿ ਵਿਜ਼ੀਬਲ ਹੈ ਜਾਂ ਨਹੀਂ ਹੈ ਤਾਂ 2018-19 ਦੇ ਵਿੱਚ ਜਿਹੜਾ ਬੈਲੈਂਸ ਆਫ ਪੇਮੈਂਟ ਇੰਡੀਆ ਦਾ ਹੈ ਉਹਦੇ ਵਿੱਚ ਜਿਹੜਾ ਟ੍ਰੇਡ ਡੈਫਿਸਿਟ ਸੀਗਾ ਉਹ ਸੀਗਾ 1,80,283 US$ ਮਿਲੀਅਨ ਅਤੇ ਇਨਵਿਜ਼ੀਬਲ ਜਿਹੜਾ ਸੀਗਾ ਨੈਟ ਇਨਵਿਜ਼ੀਬਲ ਉਹ ਸਰਪਲਸ ਸੀਗਾ 1,23,026 ਮਤਲਬ 1,23,026 US$ ਮਿਲੀਅਨ ਅਤੇ ਜੇ ਅਸੀਂ ਇਸ ਟ੍ਰੇਡ ਬੈਲੈਂਸ ਦੇ ਵਿੱਚ ਨੈਟ ਇਨਵਿਜ਼ੂਅਲ ਜਿਹੜਾ ਕਿ ਸਰਪਲਸ ਹੈ ਇਸ ਨੂੰ ਅਸੀਂ ਦੋਨਾਂ ਦਾ ਡਿਫਰੈਂਸ ਲੈ ਲੈਂਦੇ ਹਾਂ ਤਾਂ ਕਰੰਟ ਅਕਾਊਂਟ ਦੇ ਵਿੱਚ ਸਾਡੇ ਕੋਲ ਬੈਲੈਂਸ ਆਫ ਜਿਹੜਾ ਪੇਮੈਂਟ ਹੈ ਉਹ ਮਾਈਨਸ ਜਿਹੜੀ ਹੈ ਉਹ ਘੱਟ ਜਾਂਦੀ ਹੈ ਦੈਟ ਬਿਕਮਸ 57,257 ਮੈਂ ਰਿਪੀਟ ਕਰਨਾ ਜਿਹੜਾ ਬੈਲੈਂਸ ਆਫ ਟ੍ਰੇਡ ਹੈ ਉਹ ਸਾਡੇ ਕੋਲ ਮਾਈਨਸ ਸੀਗਾ ਮਤਲਬ ਡੈਫਿਸਿਟ ਸੀਗਾ 1,80,000 283,000 US$ ਮਿਲੀਅਨ ਲੇਕਿਨ ਕਿਉਂਕਿ ਇਨਵਿਜ਼ੀਬਲ ਸਾਡੇ ਕੋਲ ਸਰਪਲਸ ਸੀਗਾ ਇਸ ਕਰਕੇ ਜਿਹੜਾ ਕਰੰਟ ਅਕਾਊਂਟ ਦੇ ਵਿੱਚ ਜਿਹੜਾ ਬੈਲੈਂਸ ਆਫ ਟ੍ਰੇਡ ਡੈਫਿਸਿਟ ਹੈ ਉਹ ਕਾਫੀ ਜ਼ਿਆਦਾ ਘਟ ਗਿਆ ਕਿੰਨਾ ਘਟ ਗਿਆ 1,23,026 US$ ਮਿਲੀਅਨ ਜਿਹੜਾ ਹੈ ਇਹ ਕੀ ਹੈ ਘਟ ਗਿਆ ਅਤੇ ਇਸੇ ਸਾਲ 2018-19 ਦੇ ਵਿੱਚ ਜਿਹੜਾ ਕੈਪੀਟਲ ਅਕਾਊਂਟ ਸਰਪਲਸ ਹੈ ਉਹ 54,403 US$ ਮਿਲੀਅਨ ਅਤੇ ਜਿਹੜਾ ਐਰਰ ਐਂਡ ਓਮਿਸ਼ਨ ਦੈਟ ਵਾਸ ਦਾ -486 US$ ਮਿਲੀਅਨ ਅਤੇ ਓਵਰਆਲ ਜਿਹੜਾ ਬੈਲੈਂਸ ਉਹ ਸਾਡੇ ਕੋਲ
$3,339 million। मतलब जे कैपिटल अकाउंट बैलेंस भी ਅਸੀਂ 57,257 ਜਿਹੜਾ ਕਰੰਟ ਅਕਾਊਂਟ ਬੈਲੈਂਸ ਹੈ, ਇਸ ਦੇ ਵਿੱਚੋਂ ਅਸੀਂ ਕੈਪੀਟਲ ਅਕਾਊਂਟ ਜਿਹੜਾ ਸਰਪਲਸ ਹੈ, ਸਾਡੇ ਕੋਲ ਕਰੰਟ ਅਕਾਊਂਟ ਡੈਫਿਸਿਟ ਸੀ ਅਤੇ ਜਿਹੜਾ ਕੈਪੀਟਲ ਅਕਾਊਂਟ ਹੈ ਉਹ ਕੀ ਹੈ, ਸਰਪਲਸ ਰਿਹਾ। ਅਤੇ ਸਰਪਲਸ ਵੀ 54,000। ਤਾਂ ਜੇ ਦੋਨਾਂ ਦਾ ਡਿਫਰੈਂਸ ਲੈ ਲੈਂਦੇ ਹਾਂ ਤਾਂ ਸਾਡੇ ਕੋਲ ਓਵਰਆਲ ਜਿਹੜਾ ਬੈਲੈਂਸ ਹੈ ਉਹ ਮਾਈਨਸ मतलब डेफिसिट ਰਿਹਾ 3,339 ਕਰੋੜ। ठीक है, ਤਾਂ ਇਹ ਸਾਨੂੰ ਇਸ ਤੋਂ ਪਤਾ ਲੱਗਦਾ ਹੈ ਕਿ ਸਾਡੀ ਜਿਹੜੀ ਇੰਡੀਵਿਜੂਅਲ ਆਈਟਮ ਅਤੇ ਕੈਪੀਟਲ ਅਕਾਊਂਟ ਸਰਪਲਸ ਹੋਣ ਕਰਕੇ ਜਿਹੜੀ बैलेंस ऑफ पेमेंट है उसकी जी डेफिसिट है वो काफ़ी हद तक जी है वो घट सकती। जे असी करंट अकाउंट बैलेंस असी लेने हैं, करंट अकाउंट बैलेंस दे विच प्लस कैपिटल अकाउंट बैलेंस प्लस चेंज इन फॉरेन एक्सचेंज रिजर्व असी इन्हां नूं ऐड कर लेने हैं तो साडे कोल जिहड़ा वैल्यू है वो की है, जीरो हो जाती। तो फॉरेन एक्सचेंज रिजर्व निचले कॉलम सब तो कॉलम चेंज इन फॉरेन एक्सचेंज रिजर्व जिहड़े असी पेमेंट की वो असी 3,339 करोड़ की, तो उस दे नाल ये जिहड़ा है कि है बैलेंस हो गया, बैलेंस जीरो हो गया। तो हुण असी डिस्कस करना है कि नेट एक्सपोर्ट्स फंक्शन। नेट एक्सपोर्ट्स फंक्शन जिहड़ा है दैट डिपेंड्स ऑन वैल्यू ऑफ एक्सपोर्ट्स एंड वैल्यू ऑफ इंपोर्ट। एक्सपोर्ट का मुल कितना है ਅਤੇ इंपोर्ट ਜਿਹੜੀਆਂ गुड्स एंड सर्विसेज ਅਸੀਂ ਕੀਤੀਆਂ ਨੇ ਉਹਨਾਂ ਦਾ ਮੁੱਲ ਕਿੰਨਾ ਹੈ। ਤਾਂ ਇਹਨਾਂ ਦੋਨਾਂ ਦੇ ਅੰਤਰ ਨੂੰ ਅਸੀਂ ਕਹਿੰਦੇ ਹਾਂ ਨੈਟ ਐਕਸਪੋਰਟਸ। ਤਾਂ ਕੋਈ ਵੀ ਕੰਟਰੀ ਜਿਹੜਾ ਹੈ एक्सपोर्ट ਨੂੰ इंक्रीज करना चाहेगा ਅਤੇ इंपोर्ट ਨੂੰ भी सबस्टिट्यूट करना चाहेगा, इंपोर्ट का प्रतिस्थापन करना चाहेगा। ਜਦੋਂ ਕੋਈ ਕੰਟਰੀ एक्सपोर्ट ਦੇ ਵਿੱਚ ਵਾਧਾ ਕਰਦਾ ਹੈ ਤਾਂ ਉਸਦੀ ਮਾਰਕੀਟ ਦੇ ਵਿੱਚ ਕੀ ਹੁੰਦਾ ਹੈ, ਵਿਸਤਾਰ। ਜਦੋਂ ਮਾਰਕੀਟ ਦੇ ਵਿੱਚ ਵਿਸਤਾਰ ਹੁੰਦਾ ਹੈ ਤਾਂ ਕੁੱਲ ਮੰਗ ਦੇ ਵਿੱਚ ਵਾਧਾ ਹੁੰਦਾ, ਮਤਲਬ एक्सपोर्ट ਵਧਣ ਦੇ ਨਾਲ ਕੁੱਲ ਮੰਗ ਦੇ ਵਿੱਚ ਵਾਧਾ। ਅਤੇ ਇਸੇ ਲਈ हरेक कंट्री का या मोस्ट ऑफ द कंट्रीज का एक ऑब्जेक्टिव होता है, उद्देश्य होता है कि एक्सपोर्ट को बढ़ाया जाए। एक कंट्री जो है कितना एक्सपोर्ट कर सकता है तो ये उस देश के हाथ में नहीं है। ठीक है, जिस तरह इंडिया जोड़ा है ਦਾ ਜਿਹੜਾ ਐਕਸਪੋਰਟ ਹੈ ਇਹ ਡਿਪੈਂਡ ਕਰਦਾ ਹੈ ਕਿ ਇੰਡੀਆ ਦੀ ਜਿਹੜੀ GDP ਕਿੰਨੀ ਹੈ, ਕੁੱਲ ਘਰੇਲੂ ਉਤਪਾਦਨ ਜਿਹੜਾ ਹੈ ਕਿੰਨਾ ਹੈ ਅਤੇ ਇਸ ਦੇ ਜਿਹੜੇ ਟ੍ਰੇਡਿੰਗ ਪਾਰਟਨਰਸ ਕਿੰਨੇ ਹੈ। ਠੀਕ ਹੈ, ਅਤੇ ਸਾਡੀ ਵਸਤੂਆਂ ਦੀ ਜਿਹੜੀ ਮੰਗ ਹੈ ਦੂਜੇ ਦੇਸ਼ਾਂ ਵਿੱਚ ਕਿੰਨੀ ਹੈ। ਅਸੀਂ ਐਕਸਪੋਰਟ ਕਰਨਾ ਚਾਹੁੰਦੇ ਹਾਂ ਪਰੰਤੂ ਸਾਡੀ ਬਣੀ ਹੋਈ ਵਸਤੂ ਦਾ ਜਿਹੜੀ ਡਿਮਾਂਡ ਹੈ ਦੂਸਰੇ ਦੇਸ਼ ਵਿੱਚ ਨਹੀਂ ਹੈ, ਤਾਂ ਨੈਚੁਰਲੀ ਜੇ ਡਿਮਾਂਡ ਨਹੀਂ ਹੋਏਗੀ ਤਾਂ सरप्लस होने के बावजूद भी असी एक्सपोर्ट नहीं कर सकते। तो जे असी मान लीए कि एक्सपोर्ट जी है वो दूजे देशों पर निर्भर करती है कि दूजे देशों के विच साडे देश द्वारा बनी हुई वस्तु की जी मंग है वो कितनी है। लेकिन जो बिहेवियर ऑफ इंपोर्ट है वो थोड़ा जा एक्सपोर्ट के बिहेवियर नालों थोड़ा जा अलग है। जो एक देश अपने उत्पादन के विच वाधा करता है तो उत्पादन में वाधा करने के लिए स्पैशली डिवेलपिंग कंट्रीज उसनों कई तरह का कच्चे माल की लोड़ पैंदी है, विदेशी टैक्नोलॉजी की लोड़ पैंदी है, तो इस करके उसका इंपोर्ट भी बढ़ जाता है जो वो कंट्री डिवेलप करता है। तो इसका मतलब की होया कि असी इस गल को अज्यूम कर सकते हैं स्पैशली जो डिवेलपिंग कंट्रीज ने या अंडरवर्ल्ड कंट्रीज ने जो वो विकास करते हैं कि इंपोर्ट्स जड़ियाँ ने
ਉਹ ਆਊਟਪੁੱਟ ਦਾ ਪ੍ਰਪੋਰਸ਼ਨਲ ਹੈ। ਤੇ ਜੇ ਐਮ ਇੰਪੋਰਟ ਹੈ, ਕੈਪੀਟਲ ਐਮ ਇੰਪੋਰਟ ਹੈ, ਦਿਸ ਇਜ਼ ਇਕੁਅਲ ਟੂ ਸਮਾਲ ਐਮ ਇਨਟੂ ਵਾਈ। ਵਾਈ ਕੀ ਹੈ? ਆਊਟਪੁੱਟ। ਤੇ ਜਦੋਂ ਆਊਟਪੁੱਟ ਦੇ ਵਿੱਚ ਵਾਧਾ ਹੋਏਗਾ ਤਾਂ ਉਸ ਦੇ ਪ੍ਰਪੋਰਸ਼ਨੇਟਲੀ ਹੀ ਜਾਂ ਉਸ ਦੇ ਪ੍ਰਪੋਰਸ਼ਨ ਦੇ ਵਿੱਚ ਜਿਹੜਾ ਹੈ ਇੰਪੋਰਟ ਦੇ ਵਿੱਚ ਵੀ ਕੀ ਹੋਏਗਾ? ਵਾਧਾ ਹੋਏਗਾ। ਕਿਉਂ? ਕਿਉਂਕਿ ਸਾਨੂੰ ਰਾਹ ਮਟੀਰੀਅਲ ਦੀ ਲੋੜ ਵੀ ਜ਼ਿਆਦਾ ਪਏਗੀ ਵਿਦੇਸ਼ਾਂ ਤੋਂ, ਅਤੇ ਵਿਦੇਸ਼ੀ ਪੂੰਜੀ ਦੀ ਲੋੜ ਵੀ ਕੀ ਹੋਏਗੀ? ਜ਼ਿਆਦਾ ਹੋਏਗੀ। ਤਾਂ ਇੱਕ ਹੋਰ ਫੈਕਟਰ ਜਿਹੜਾ ਕਿ ਐਕਸਪੋਰਟ ਅਤੇ ਇੰਪੋਰਟ ਨੂੰ ਡਿਟਰਮਿਨ ਕਰਦਾ ਹੈ, ਉਹ ਕਰਦਾ ਹੈ ਐਕਸਚੇਂਜ ਰੇਟ, ਵਟਾਂਦਰਾ ਦਰ। ਤਾਂ ਇੱਕ ਦੇਸ਼ ਦੀ ਕਰੰਸੀ ਦੀ ਜਿਹੜੀ ਵੈਲਿਊ ਹੈ ਦੂਸਰੇ ਦੇਸ਼ ਦੇ ਵਿੱਚ ਕਿੰਨੀ ਹੈ। ਜਦੋਂ ਘਰੇਲੂ ਕਰੰਸੀ ਦੀ ਵੈਲਿਊ ਜਿਹੜੀ ਹੈ ਦੂਜੇ ਦੇਸ਼ ਦੇ ਨਾਲੋਂ ਘਟ ਜਾਂਦੀ ਹੈ, ਤਾਂ ਉਸ ਹਾਲਤ ਦੇ ਵਿੱਚ ਜਿਹੜੀਆਂ ਗੁਡਸ ਨੇ ਉਹ ਸਸਤੀਆਂ ਹੋ ਜਾਂਦੀਆਂ ਨੇ। ਜੋ ਸਸਤੀਆਂ ਹੋ ਜਾਂਦੀਆਂ ਨੇ ਤਾਂ ਵਿਦੇਸ਼ਾਂ ਵਿੱਚ ਉਸ ਦੀ ਮੰਗ ਜਿਹੜੀ ਹੈ ਜ਼ਿਆਦਾ ਹੋ ਜਾਂਦੀ ਹੈ, ਤਾਂ ਐਕਸਪੋਰਟ ਕੀ ਹੈ? ਵੱਧ ਜਾਂਦੀ ਹੈ। ਜਿਸ ਤਰ੍ਹਾਂ ਮੰਨ ਲਓ $1 ਦੀ ਕੀਮਤ ਜਿਹੜੀ ਹੈ ਜੇ 70 ਰੁਪਏ ਹੋ ਗਈ, ਤਾਂ ਅਸੀਂ ਮੰਨ ਲਓ ਇੱਕ ਨਿਸ਼ਚਿਤ ਅਮਾਊਂਟ ਜਿਹੜੀ ਹੈ ਗੁਡਸ ਦੀ, ਸਰਵਿਸਿਜ਼ ਦੀ ਉਹ ਐਕਸਪੋਰਟ ਕਰਨੀ ਹੈ। ਅਤੇ ਜੇ ਡਾਲਰ ਦੀ ਵੈਲਿਊ ਜਿਹੜੀ ਹੈ ਉਹ 75 ਰੁਪੀਸ ਹੋ ਜਾਵੇ $1 ਦੀ ਵੈਲਿਊ, ਤਾਂ ਇਸ ਦਾ ਮਤਲਬ ਕਿ ਸਾਡੀਆਂ ਗੁਡਸ ਜਿਹੜੀਆਂ ਨੇ ਉਹ ਸਸਤੀਆਂ ਹੋ ਗਈਆਂ, ਅਤੇ ਡਾਲਰ ਜਿਹੜਾ ਹੈ ਉਹ ਇੰਡੀਅਨ ਕਰੰਸੀ ਦੀ ਤੁਲਨਾ ਤੋਂ ਕੀ ਹੈ? ਮਹਿੰਗਾ ਹੋ ਗਿਆ, ਜਾਂ ਇੰਡੀਅਨ ਕਰੰਸੀ ਦੀ ਵੈਲਿਊ ਜਿਹੜੀ ਹੈ ਉਹ ਡਾਲਰ ਦੀ ਤੁਲਨਾ ਵਿੱਚੋਂ ਘਟ ਗਈ, ਡੈਪਰੀਸ਼ੀਏਟ ਹੋ ਗਈ। ਤਾਂ ਉਸ ਹਾਲਤ ਦੇ ਵਿੱਚ ਐਕਸਪੋਰਟ ਜਿਹੜਾ ਇੰਡੀਆ ਦਾ ਕੀ ਹੈ? ਜ਼ਿਆਦਾ ਹੋਏਗਾ। ਅਤੇ ਦੂਸਰੇ ਪਾਸੇ ਜੇ ਕਰੰਸੀ ਦੀ ਵੈਲਿਊ, ਡੋਮੈਸਟਿਕ ਕਰੰਸੀ ਦੀ ਵੈਲਿਊ ਜਿਹੜੀ ਹੈ ਐਪਰੀਸ਼ੀਏਟ ਹੋ ਜਾਵੇ, ਇਨਕਰੀਜ਼ ਹੋ ਜਾਵੇ, ਤਾਂ ਐਕਸਪੋਰਟ ਦੀ ਵੈਲਿਊ ਕੀ ਹੈ? ਉਹ ਕੀ ਹੈ? ਘਟ ਜਾਂਦੀ ਹੈ। ਕਿਉਂਕਿ ਵਸਤੂਆਂ ਦੀ ਕੀਮਤ ਵੱਧ ਗਈ, ਵਸਤੂਆਂ ਦੀ ਕੀਮਤ ਵਧਣ ਦੇ ਨਾਲ ਜਿਹੜੀ ਹੈ ਦੂਸਰੇ ਦੇਸ਼ਾਂ ਵਿੱਚ ਸਾਡੇ ਵਸਤੂਆਂ ਦੀ ਡਿਮਾਂਡ ਕੀ ਹੈ? ਉਹ ਘਟ ਜਾਏਗੀ, ਅਤੇ ਡਿਮਾਂਡ ਘਟਣ ਦੇ ਨਾਲ ਐਕਸਪੋਰਟ ਦੀ ਜਿਹੜੀ ਵੈਲਿਊ ਹੈ, ਐਕਸਪੋਰਟ ਤੋਂ ਪ੍ਰਾਪਤ ਹੋਣ ਵਾਲੀ ਜਿਹੜੀ ਆਮਦਨ ਹੈ ਉਹ ਕੀ ਹੈ? ਘਟ ਜਾਏ। ਠੀਕ ਹੈ। ਤਾਂ ਜਿਹੜਾ ਇਹਦਾ ਮਤਲਬ ਕੀ ਹੈ, ਜਿਹੜਾ ਨੈਟ ਐਕਸਪੋਰਟ ਹੈ ਉਹ ਡੋਮੈਸਟਿਕ ਆਊਟਪੁੱਟ ਤੇ ਕਿੰਨਾ ਅਸੀਂ ਉਤਪਾਦਨ ਕਰਦੇ ਹਾਂ, ਉਸ ਉਤਪਾਦਨ ਦਾ ਆਪਣੇ ਦੇਸ਼ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਜੋ ਵੀ ਸਾਡੇ ਕੋਲ ਸਰਪਲਸ ਬਚ ਜਾਂਦਾ ਹੈ ਉਹ ਅਸੀਂ ਵਿਦੇਸ਼ਾਂ ਵਿੱਚ ਭੇਜਣਾ ਚਾਹਾਂਗੇ, ਬਸ਼ਰਤ ਦੂਸਰੇ ਦੇਸ਼ਾਂ ਵਿੱਚ ਸਾਡੇ ਵਸਤੂਆਂ ਦੀ ਡਿਮਾਂਡ ਕੀ ਹੈ ਹੋਵੇ। ਅਤੇ ਦੂਸਰੇ ਪਾਸੇ ਜਿਹੜਾ ਐਕਸਚੇਂਜ ਰੇਟ ਤੇ ਨੈਟ ਐਕਸਪੋਰਟ ਜਿਹੜਾ ਹੈ ਉਹ ਡਿਪੈਂਡ ਕਰਦਾ। ਹੁਣ ਅਸੀਂ ਲਾਸਟ ਦੇ ਵਿੱਚ ਡਿਸਕਸ ਕਰਦੇ ਹਾਂ ਇਕੁਇਲੀਬਰੀਅਮ ਆਊਟਪੁੱਟ ਇਨ ਓਪਨ ਇਕੋਨਮੀ। ਓਪਨ ਇਕੋਨਮੀ ਆਪਾਂ ਸ਼ੁਰੂ ਕੀਤਾ ਹੈ ਕਿ ਜਦੋਂ ਅਸੀਂ 3 ਸੈਕਟਰ ਇਕੋਨਮੀ ਦੇ ਵਿੱਚ ਹਾਊਸਹੋਲਡ ਸੈਕਟਰ, ਬਿਜ਼ਨਸ ਸੈਕਟਰ, ਗਵਰਨਮੈਂਟ ਸੈਕਟਰ ਦੇ ਵਿੱਚ ਅਸੀਂ ਫੋਰਨ ਸੈਕਟਰ ਨੂੰ ਜਾਂ ਰੈਸਟ ਆਫ ਦਾ ਵਰਲਡ ਨੂੰ ਜਾਂ ਐਕਸਟਰਨਲ ਸੈਕਟਰ ਨੂੰ ਅਸੀਂ ਐਡ ਕਰਦੇ, ਤਾਂ ਇਹ ਬਣ ਜਾਂਦੀ ਹੈ ਓਪਨ ਇਕੋਨਮੀ। ਜਦੋਂ ਐਕਸਪੋਰਟ ਇੰਪੋਰਟ ਅਸੀਂ ਕਰਦੇ ਹਾਂ, ਮਤਲਬ ਕਿ ਐਗਰੀਗੇਟ ਡਿਮਾਂਡ ਉਸ ਹਾਲਤ ਦੇ ਵਿੱਚ ਕੰਜ਼ੰਪਸ਼ਨ ਪਲੱਸ ਇਨਵੈਸਟਮੈਂਟ ਪਲੱਸ ਗਵਰਨਮੈਂਟ ਐਕਸਪੈਂਡੀਚਰ ਪਲੱਸ ਨੈਟ ਐਕਸਪੋਰਟਸ। ਨੈਟ ਐਕਸਪੋਰਟ ਦੇ ਵਿੱਚ ਵੈਲਿਊ ਆਫ ਐਕਸਪੋਰਟਸ ਮਾਈਨਸ ਵੈਲਿਊ ਆਫ ਇੰਪੋਰਟ, ਦੋਨਾਂ ਦੇ ਡਿਫਰੈਂਸ ਨੂੰ ਜਦੋਂ ਅਸੀਂ ਲੈ ਲੈਂਦੇ ਹਾਂ, ਦੈਟ ਬਿਕਮਸ ਦਾ ਨੈਟ ਐਕਸਪੋਰਟ, ਸ਼ੁੱਧ ਜਿਹੜਾ ਹੈ ਉਹ ਨਿਰਯਾਤ। ਤਾਂ ਜਦੋਂ ਇਸ ਡਾਇਗਰਾਮ ਜਿਹੜੀ ਮੇਰੇ ਕੋਲ ਸਕਰੀਨ ਤੇ ਹੈ 7.1, I don't know that whether it is visible on the screen or not. ਤਾਂ ਅਸੀਂ ਐਕਸ ਐਕਸਿਸ ਤੇ ਜਿਹੜਾ ਇਨਕਮ ਲੈ ਰਹੇ ਹਾਂ ਜਾਂ ਉਤਪਾਦਨ ਲੈ ਰਹੇ ਹਾਂ, ਅਤੇ ਵਾਈ ਐਕਸਿਸ ਤੇ ਐਗਰੀਗੇਟ ਡਿਮਾਂਡ ਲੈ ਰਹੇ ਹਾਂ। ਤਾਂ 3 ਸੈਕਟਰ ਜਿਹੜੀ ਕੰਜ਼ੰਪਸ਼ਨ ਪਲੱਸ ਇਨਵੈਸਟਮੈਂਟ ਪਲੱਸ ਗਵਰਨਮੈਂਟ ਐਕਸਪੈਂਡੀਚਰ, ਇਹ ਐਗਰੀਗੇਟ ਡਿਮਾਂਡ ਹੋ ਗਈ ਕਲੋਜ਼ਡ ਇਕੋਨਮੀ ਦੇ ਵਿੱਚ। ਇਹ ਇਨਕਮ ਦੇ ਨਾਲ ਜਾਂ ਐਗਰੀਗੇਟ ਸਪਲਾਈ ਦੇ ਨਾਲ ਇਕੁਇਲੀਬਰੀਅਮ 'ਚ ਹੈ, ਅਤੇ ਉਸ ਇਕੁਇਲੀਬਰੀਅਮ ਦੇ ਹਾਲਤ ਦੇ ਵਿੱਚ ਇਨਕਮ ਜਿਹੜਾ ਨਿਸ਼ਚਿਤ ਹੁੰਦਾ ਹੈ ਉਹ OY1 ਹੁੰਦਾ। ਜਦੋਂ ਇਸ ਦੇ ਵਿੱਚ ਨੈਟ ਐਕਸਪੋਰਟ ਅਸੀਂ ਐਡ ਕਰ ਦਿੰਦੇ ਹਾਂ, ਨੈਟ ਐਕਸਪੋਰਟ ਇਕੋਨਮੀ ਦੇ ਵਿੱਚ ਕੀਤਾ ਜਾਂਦਾ ਹੈ,
ਤਾਂ ਉਸ ਹਾਲਤ ਦੇ ਵਿੱਚ ਇਹ ਐਗਰੀਗੇਟ ਡਿਮਾਂਡ ਜਿਹੜੀ ਹੈ ਉਹ ਇਨਕਰੀਜ਼ ਹੋ ਜਾਂਦੀ ਹੈ। ਜਦੋਂ ਇਨਕਰੀਜ਼ ਹੋ ਜਾਂਦੀ ਹੈ ਤਾਂ ਉਸ ਹਾਲਤ ਦੇ ਵਿੱਚ ਜਿਹੜੀ ਇਨਕਮ ਹੈ ਉਹ Y1 ਤੋਂ ਵੱਧ ਕੇ ਕੀ ਹੋ ਜਾਂਦੀ ਹੈ, Y2 ਹੋ ਜਾਂਦੀ ਹੈ। ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀ ਓਪਨ ਇਕੋਨਮੀ ਦੀ ਜਿਹੜੀ ਡਿਮਾਂਡ ਹੈ ਉਹ ਕਲੋਜ਼ਡ ਇਕੋਨਮੀ ਦੀ ਡਿਮਾਂਡ ਦੇ ਕੀ ਹੈ, ਪੈਰਲਲ ਨਹੀਂ ਹੈ। ਅਤੇ ਇਹ ਇਸ ਕਰਕੇ ਹੈ ਕਿ ਨੈਟ ਐਕਸਪੋਰਟ ਕਰਵ ਜਿਹੜੀ ਹੈ ਉਹ ਡਾਊਨਵਰਡ ਸਲੋਪਿੰਗ ਹੈ ਅਤੇ ਕਲੋਜ਼ਡ ਇਕੋਨਮੀ ਦੇ ਨਾਲ ਦੈਟ ਇਜ਼ CI+G ਅਤੇ CI+G+ ਨੈਟ ਐਕਸਪੋਰਟ, ਇਹ ਜਿਹੜੀਆਂ ਇਹਨਾਂ ਵਿੱਚ ਜਿਹੜਾ ਗੈਪ ਹੈ, ਜਿਉਂ ਇਨਕਮ ਵਿੱਚ ਵਾਧਾ ਹੋਈ ਜਾਂਦਾ ਤਿਉਂ ਇਹ ਗੈਪ ਦੇ ਵਿੱਚ ਕੀ ਹੈ, ਕਮੀ ਆਈ ਜਾਂਦੀ। ਤਾਂ ਮਤਲਬ ਉਤਪਾਦਨ ਵਧਣ ਦੇ ਨਾਲ ਕਲੋਜ਼ਡ ਇਕੋਨਮੀ ਅਤੇ ਓਪਨ ਇਕੋਨਮੀ ਦਾ ਜਿਹੜਾ ਅੰਤਰ ਹੈ ਉਹ ਕੀ ਹੈ, ਘਟੀ ਜਾਂਦਾ। ਪਰੰਤੂ ਓਪਨ ਇਕੋਨਮੀ ਦੇ ਵਿੱਚ ਜਾਂ ਡਿਮਾਂਡ ਵਧਣ ਦੇ ਨਾਲ, ਐਗਰੀਗੇਟ ਡਿਮਾਂਡ ਵਧਣ ਦੇ ਨਾਲ ਇਕੁਇਲੀਬਰੀਅਮ ਆਊਟਪੁੱਟ ਜਿਹੜਾ ਹੈ ਹਾਇਰ ਲੈਵਲ 'ਤੇ ਹੁੰਦਾ ਅਤੇ ਇਕੋਨਮੀ ਜਿਹੜੀ ਹੈ ਇਕੁਇਲੀਬਰੀਅਮ ਸ਼ਿਫਟ ਹੋ ਕੇ ਲੋਅਰ ਲੈਵਲ ਤੋਂ ਹਾਇਰ ਲੈਵਲ 'ਤੇ ਅਪਰ ਲੈਵਲ 'ਤੇ ਕੀ ਹੈ, ਚਲਾ ਗਿਆ। ਅੱਜ ਅਸੀਂ ਇਸ ਦੇ ਵਿੱਚ ਇਹੀ ਡਿਸਕਸ ਕਰਨਾ ਸੀ। ਵਿਦਿਨ 2 ਮਿੰਟਸ ਮੈਂ ਜੋ ਕੀਤਾ ਪਹਿਲਾਂ ਮੈਂ ਫਿਰ ਇੰਟਰੋਡਕਸ਼ਨ ਕੀਤੀ ਹੈ ਕਿ ਅਸੀਂ ਪਹਿਲੀਆਂ ਯੂਨਿਟ ਦੇ ਵਿੱਚ ਕੀ ਡਿਸਕਸ ਕੀਤਾ। ਫਿਰ ਅਸੀਂ ਡਿਸਕਸ ਕੀਤਾ ਕਿ ਟਾਈਪਸ ਆਫ ਜਿਹੜੀਆਂ ਫਲੋਜ਼ ਨੇ ਓਪਨ ਇਕੋਨਮੀ ਦੇ ਵਿੱਚ ਉਹ ਕੀ ਨੇ, ਨੈਟ ਐਕਸਪੋਰਟ ਲਿਆ, ਐਕਸਪੋਰਟ ਮਾਈਨਸ ਇੰਪੋਰਟ। ਫਿਰ ਅਸੀਂ ਡਿਫਰੈਂਸ ਕਰਨ ਦੀ ਕੋਸ਼ਿਸ਼ ਕੀਤੀ ਹੈ ਗਰੋਸ ਡੋਮੈਸਟਿਕ ਪ੍ਰੋਡਕਟ ਅਤੇ ਗਰੋਸ ਨੈਸ਼ਨਲ ਪ੍ਰੋਡਕਟ ਦੇ ਵਿੱਚ ਕੀ ਅੰਤਰ। ਜੇ GDP ਦੇ ਵਿੱਚ ਅਸੀਂ ਨੈਟ ਐਕਸਪੋਰਟ ਦੀ ਵੈਲਿਊ ਨੂੰ ਅਸੀਂ ਐਡ ਕਰਦਾਂਗੇ ਤਾਂ ਉਹ ਬਣ ਜਾਂਦੀ ਹੈ ਸਾਡੇ ਕੋਲ GNP, ਦੈਟ ਇਜ਼ ਨੈਟ ਫੈਕਟਰੀ ਇਨਕਮ ਫਰੋਮ ਐਬਰੋਡ। ਫਿਰ ਅਸੀਂ ਬੈਲੈਂਸ ਆਫ ਟ੍ਰੇਡ ਅਤੇ ਬੈਲੈਂਸ ਆਫ ਪੇਮੈਂਟ ਦੇ ਵਿੱਚ ਅੰਤਰ ਕੀਤਾ ਕਿ ਬੈਲੈਂਸ ਆਫ ਟ੍ਰੇਡ ਦੇ ਵਿੱਚ ਜੇ ਅਸੀਂ ਨੈਟ ਇਨਵਿਜੀਬਲਸ ਦੇ ਵੈਲਿਊ ਨੂੰ ਅਸੀਂ ਐਡ ਕਰ ਲਈਏ ਤਾਂ ਬੈਲੈਂਸ ਆਫ ਪੇਮੈਂਟ ਬਣੇ। ਤੇ ਬੈਲੈਂਸ ਆਫ ਪੇਮੈਂਟ ਇੱਕ ਕਰੰਟ ਅਕਾਊਂਟ ਹੈ, ਇੱਕ ਕੀ ਹੈ, ਕੈਪੀਟਲ ਅਕਾਊਂਟ। ਤਾਂ ਕਰੰਟ ਅਕਾਊਂਟ ਦੇ ਵਿੱਚ ਅਸੀਂ ਕੀ ਸ਼ਾਮਿਲ ਕਰਦੇ ਹਾਂ ਅਤੇ ਕੈਪੀਟਲ ਅਕਾਊਂਟ ਦੇ ਵਿੱਚ ਅਸੀਂ ਕੀ ਸ਼ਾਮਿਲ ਕਰਦੇ ਹਾਂ। ਕੈਪੀਟਲ ਅਕਾਊਂਟ ਦੇ ਵਿੱਚ ਕੈਪੀਟਲ ਦੀ ਟ੍ਰਾਂਜੈਕਸ਼ਨਸ ਅਤੇ ਫਾਈਨਾਂਸ ਦੀ ਟ੍ਰਾਂਜੈਕਸ਼ਨਸ ਸ਼ਾਮਿਲ ਕਰਦੇ ਹਾਂ, ਜਦੋਂ ਕਿ ਕਰੰਟ ਅਕਾਊਂਟ ਦੇ ਵਿੱਚ ਫਲੋ ਆਫ ਇਨਕਮ ਜਿਹੜੀ ਹੈ ਇੱਕ ਕੰਟਰੀ ਤੋਂ ਦੂਸਰੇ ਕੰਟਰੀ 'ਚ ਉਸਨੂੰ ਅਸੀਂ ਸ਼ਾਮਿਲ ਕਰਦੇ ਹਾਂ। ਤਾਂ ਫਿਰ ਅਸੀਂ ਇੱਕ ਐਗਜ਼ਾਮਪਲ ਰਾਹੀਂ ਬੈਲੈਂਸ ਆਫ ਪੇਮੈਂਟ ਜਿਹੜਾ ਕਿ 2018-19 ਦਾ ਜਿਹੜਾ ਬੈਲੈਂਸ ਆਫ ਪੇਮੈਂਟ ਦਾ ਜੋ ਰਿਕਾਰਡ ਹੈ ਉਸ ਨੂੰ ਅਸੀਂ ਡਿਸਕਸ ਕੀਤਾ। ਅਤੇ ਲਾਸਟ ਦੇ ਵਿੱਚ ਅਸੀਂ ਜਿਹੜਾ ਨੈਟ ਐਕਸਪੋਰਟ ਜਿਹੜਾ ਫੰਕਸ਼ਨ ਹੈ ਉਹ ਅਸੀਂ ਕੀਤਾ ਸੀਗਾ ਕਿ ਨੈਟ ਐਕਸਪੋਰਟ ਦੈਟ ਇਜ਼ ਦਾ ਫੰਕਸ਼ਨ ਆਫ ਦਾ ਆਊਟਪੁੱਟ ਇਨ ਦਾ ਇਕੋਨਮੀ, ਕਿ ਇੱਕ ਕੰਟਰੀ ਵਿੱਚ ਕਿੰਨਾ ਉਤਪਾਦਨ ਹੁੰਦਾ ਅਤੇ ਜਿਹੜਾ ਐਕਸਚੇਂਜ ਰੇਟ ਕਿੰਨਾ ਹੁੰਦਾ। ਜੇ ਐਕਸਚੇਂਜ ਰੇਟ ਡੈਪਰੀਸ਼ੀਏਟ ਹੋ ਜਾਂਦਾ ਐਕਸਪੋਰਟ ਵੱਧ ਜਾਂਦਾ, ਜੇ ਐਕਸਚੇਂਜ ਰੇਟ ਐਪਰੀਸ਼ੀਏਟ ਹੋ ਜਾਵੇ, ਵੱਧ ਜਾਵੇ ਤਾਂ ਜਾਂ ਕਰੰਸੀ ਦੀ ਵੈਲਿਊ ਜਿਹੜੀ ਡੋਮੈਸਟਿਕ ਕਰੰਸੀ ਦੀ ਵੈਲਿਊ ਇਨਕਰੀਜ਼ ਹੋ ਜਾਵੇ ਤਾਂ ਗੁੱਡਸ ਜਿਹੜੀਆਂ ਨੇ ਉਹ ਮਹਿੰਗੀਆਂ ਹੋ ਜਾਂਦੀਆਂ ਨੇ ਅਤੇ ਐਕਸਪੋਰਟ ਕੀ ਹੈ, ਘੱਟ ਜਾਂਦਾ। ਤਾਂ ਲੇਕਿਨ ਜਦੋਂ ਅਸੀਂ ਇੰਪੋਰਟ ਕਰਦੇ ਹਾਂ, ਜਦੋਂ ਅਸੀਂ ਡਿਵੈਲਪਮੈਂਟ ਕਰਦੇ ਹਾਂ ਤਾਂ ਉਸ ਦੇ ਨਾਲ ਡਿਵੈਲਪਿੰਗ ਕੰਟਰੀ ਦੇ ਵਿੱਚ ਸਪੈਸ਼ਲੀ ਇੰਪੋਰਟ ਜਿਹੜਾ ਹੈ ਰਾ ਮਟੀਰੀਅਲ ਦਾ ਵੀ ਅਤੇ ਟੈਕਨੋਲੋਜੀ ਦਾ ਵੀ, ਕੈਪੀਟਲ ਗੁੱਡਸ ਦਾ ਵੀ ਉਹ ਕੀ ਹੈ, ਇਨਕਰੀਜ਼ ਹੋ ਜਾਂਦਾ। ਅਤੇ ਬਾਅਦ ਦੇ ਵਿੱਚ ਅਸੀਂ ਇਕੁਇਲੀਬਰੀਅਮ ਆਊਟਪੁੱਟ ਅਸੀਂ ਕੀਤਾ ਕਿ ਜਦੋਂ ਅਸੀਂ ਐਕਸਟਰਨਲ ਸੈਕਟਰ ਨੂੰ ਇਨਵੋਲਵ ਕਰ ਲੈਂਦੇ ਹਾਂ ਤਾਂ ਇਕੁਇਲੀਬਰੀਅਮ ਜਿਹੜਾ ਹੈ ਉਹ ਲੋ ਲੈਵਲ ਤੋਂ ਸ਼ਿਫਟ ਹੋ ਕੇ ਹਾਈ ਲੈਵਲ 'ਤੇ ਚੱਲਦਾ। ਥੈਂਕ ਯੂ।